महाराष्ट्र के किसान भी आउंदे आ, महाराष्ट्र च भी, बंगाल च ईवन कि हुण इलैक्शन है, बीजेपी उत्थे पूरा आपदा जोर ला रही है। ਤਾਂ ਹੁਣ ਸੰਯੁਕਤ ਮੋਰਚੇ ਨੇ ਇਹ ਇੱਕ ਪਲਾਨ ਕੀਤਾ ਵੀ ਅਸੀਂ ਉੱਥੇ ਵੀ ਜਾਵਾਂਗੇ। ਰਹਿ ਗਈ ਗੱਲ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਦਾ ਬਿਆਨ ਆਇਆ ਸੀ ਵੀ ਕਾਨੂੰਨਾਂ 'ਚ ਸਾਨੂੰ ਤਾਂ ਕੁਝ ਵੀ ਕਾਲਾ ਨਹੀਂ, ਪਾਰਲੀਮੈਂਟ ਦੇ ਸੈਸ਼ਨ 'ਚ ਉਹਨਾਂ ਨੇ ਇਹ ਗੱਲ ਕਹੀ ਸੀ। ਅਸੀਂ ਤਾਂ ਸਾਡੇ ਜਿਹੜੇ ਆ ਛੋਟੇ ਛੋਟੇ ਜਵਾਕ ਨੇ ਉਹਨਾਂ ਨਾਲ ਇਹ ਬੱਚੇ ਵੀ ਡਿਬੇਟ ਕਰਨ ਨੂੰ ਤਿਆਰ ਨੇ, ਇਹ ਵੀ ਦੱਸ ਦੇਣਗੇ ਵੀ ਕਾਨੂੰਨਾਂ 'ਚ ਕਾਲਾ ਕੀ ਹੈ। ਉਹ ਕਹਿ ਨਹੀਂ ਦਿੰਦੇ ਵੀ ਅੰਨੇ ਨਾਲੋਂ ਤਾਂ ਫਿਰ ਕਾਣਾ ਚੰਗਾ। ਹੁਣ ਗੌਰਮੈਂਟਾਂ ਨੇ ਤਾਂ ਪਿਛਲੀਆਂ ਨੇ ਵੀ ਕੁਝ ਨਹੀਂ ਸਵਾਰਿਆ ਪੰਜਾਬ ਦਾ, ਪਰ ਹੁਣ ਇਹ ਤਾਂ ਮਤਲਬ ਸੰਘੀ ਨੱਪਣ ਤੱਕ ਆ ਗਈ ਨਾ। ਜੇ ਉਹ ਸਾਡੇ ਲੱਕ ਤੱਕ ਸੀ, ਇਹ ਤਾਂ ਹੁਣ ਗਲ ਤੱਕ ਆ ਚੁੱਕੇ ਆ। ਆਪਾਂ ਜਦੋਂ ਤੱਕ ਜਿੱਤ ਨਹੀਂ ਹੁੰਦੀ ਉਦੋਂ ਤੱਕ ਇੱਕ ਤਾਂ ਆਪਣੇ ਆਪ ਨੂੰ ਨੈਗੇਟਿਵ ਨਹੀਂ ਕਰਨਾ ਵੀ ਯਾਰ, ਕਿਉਂਕਿ ਜਦੋਂ ਕਿਸੇ ਵੀ ਐਜੀਟੇਸ਼ਨ ਨੂੰ ਫੇਲ ਕਰਨਾ ਗਵਰਨਮੈਂਟ ਨੇ ਕੀ ਕਰਨਾ, ਉਹਨੂੰ ਲੰਬਾ ਪਾ ਦਿਓ। ਲੰਬੀ ਹੁਣ ਸਾਨੂੰ ਵੀ ਤਕਰੀਬਨ 3 ਮਹੀਨੇ ਹੋਣ ਵਾਲੇ ਹੋ ਗਏ, 6 ਹੀ ਹੋ ਗਏ, ਪੰਜਾਬ 'ਚ 3 ਹੋ ਗਏ, ਨਹੀਂ ਸੁਣਵਾਈ ਹੋ ਰਹੀ। ਤਾਂ ਇਹ ਦੁਨੀਆ 'ਚ ਇਤਿਹਾਸ ਹੈ ਵੀ ਇਕੱਲੀ ਐਜੀਟੇਸ਼ਨ ਇਹ ਨਹੀਂ ਹੈਗੀ ਜਿਹੜੀ ਉਹ ਪਗੜੀ ਸੰਭਾਲ ਜੱਟਾ ਸੀ, ਉਹ 9 ਮਹੀਨੇ ਚੱਲੀ ਸੀ ਲਗਾਤਾਰ। ਸੋ ਅਸੀਂ ਹਲੇ ਵੇਟ ਕਰ ਰਹੇ ਹਾਂ ਵੀ ਹਲੇ ਸਾਨੂੰ ਆਸ ਹੈ ਵੀ ਕਿਤੇ ਨਾ ਕਿਤੇ ਜਾ ਕੇ ਸਾਡੀ ਸੁਣਵਾਈ ਹੈ ਜਿਹੜੀ ਹੋਊਗੀ। ਦਿਖਾਉਂਦੀ ਅੱਖਾਂ ਦਿਲੀਏ ਚੰਗਾ ਨਹੀਂ ਸਲੀਕਾ, ਹੋ ਵਿੱਚ ਕੈਨੇਡਾ ਝੂਲਣ ਝੰਡੇ ਮੰਗਦਾ ਸਾਥ ਅਮਰੀਕਾ। यूपी MP राजस्थान हरियाणा भी रह निका, अजे तां साडे बाबे आए सी, सेंटर तक पै गईयां चीकां, अजे तां कल्ले बाबे आए सी। ਸਤਿ ਸ਼੍ਰੀ ਅਕਾਲ, ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਤੇ ਜਿਵੇਂ ਹਰ ਦਿਨ ਦੇਖਦੇ ਆ ਕਿ ਮਟਕਾ ਚੌਂਕ ਇੱਕ ਵਾਰੀ ਚੰਡੀਗੜ੍ਹ ਦਾ ਦੁਬਾਰੇ ਫੇਰ ਫੇਮਸ ਹੋ ਗਿਆ ਕਿ ਆਖਰਕਾਰ ਲੋਕ ਹੱਕੀ ਮੰਗਾਂ ਵਾਸਤੇ ਖੜਦੇ ਨੇ। ਕਈ ਦਿਨ ਤੋਂ ਲਗਾਤਾਰ, ਚਾਹੇ ਸੈਲੀਬ੍ਰਿਟੀਆਂ ਦੀ ਗੱਲ ਹੋਵੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖੜ ਕੇ ਗਏ ਕੱਲ੍ਹ ਤੱਕ ਖੈਰ, ਤੇ ਅੱਜ ਜਸ ਬਾਜਵਾ ਆਏ ਨੇਗੇ। ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂਗੇ ਕਿ ਲਗਾਤਾਰ ਹੀ ਇੱਕ ਪੂਰਾ ਮਾਹੌਲ ਬਣਿਆ ਹੋਇਆ ਤੇ ਲੋਕ ਉਹਦੇ ਵਿੱਚ ਲਗਾਤਾਰ ਜੁਟੇ ਹੋਏ ਨੇ, ਤੇ ਹਰ ਕਿਸੇ ਦੀ ਕੋਸ਼ਿਸ਼ ਇਹੀ ਕਿ ਕਿਵੇਂ ਅਸੀਂ ਆ ਕੇ ਉਰੇ ਦੁਬਾਰੇ ਤੋਂ ਆ ਜਿਹੜਾ ਹਰ ਕਿਸੇ ਨੂੰ ਜਿਹੜਾ ਕਿ ਲੋਕਾਂ ਨੂੰ ਲਾਮਬੰਦ ਕਰਨਾ। ਮੇਨ ਮੁੱਖ ਤਾਂ ਕੋਸ਼ਿਸ਼ ਇਹੀ ਆ ਹਰ ਕਿਸੇ ਦੀ ਕਿ ਆਖਰ ਲਾਮਬੰਦੀ ਕਿਵੇਂ ਕੀਤੀ ਜਾਵੇ। ਤੇ ਕਿਹਾ ਜਾ ਸਕਦਾ ਹੈ ਜਸ ਪਹੁੰਚੋ ਅੱਜ ਉਰੇ ਦੇਖਿਆ ਜਾਵੇ ਮਟਕਾ ਚੌਂਕ ਤਾਂ ਹੁਣ ਦੁਬਾਰੇ ਫੇਰ ਕਿਤੇ ਨਾ ਕਿਤੇ ਲੋਕਾਂ ਦੀ ਹੱਕੀ ਮੰਗਾਂ ਨੂੰ ਲੈ ਕੇ ਫੇਮਸ ਹੁੰਦਾ ਹੋਇਆ ਦਿਖਦਾ। ਮੁੱਖ ਮੰਤਰੀ ਵੀ ਆ ਕੇ ਗਏ ਕੱਲ੍ਹ ਤੱਕ ਖੈਰ, ਤੁਸੀਂ ਵੀ ਪਹੁੰਚੇ ਹੋ, ਕਿਵੇਂ ਲੋਕਾਂ ਦਾ ਜੋਸ਼ ਕਿਵੇਂ ਦੇਖਦੇ ਹੋ ਪਹਿਲਾਂ ਨਾਲੋਂ? ਦੇਖੋ, ਮਟਕਾ ਚੌਂਕ ਚੰਡੀਗੜ੍ਹ ਦਾ ਉਹ ਕੇਂਦਰ ਹੈ ਜੀ ਜਿੱਥੇ ਸਭ ਤੋਂ ਪਹਿਲਾਂ ਹੱਕਾਂ ਵਾਸਤੇ ਧਰਨੇ। ਮਟਕਾ ਚੌਂਕ ਇਸ ਗੱਲ ਲਈ ਹੀ ਫੇਮਸ ਸੀ ਵੀ ਉੱਥੇ ਕਦੇ ਜ਼ਿਮੀਂਦਾਰ ਆ ਜਾਂਦੇ ਆ, ਕਦੇ ਜਿਹੜੇ ਬੇਰੁਜ਼ਗਾਰ ਆ ਵਿਚਾਰੇ, ਜਿਹੜੇ ਕੱਚੇ ਨੌਕਰੀਆਂ ਵਾਲੇ ਸੀ ਉਹ ਧਰਨਾ ਲਾਉਂਦੇ ਆ, ਜਾਂ ਇੱਥੇ ਟੀਚਰਾਂ ਦੇ ਬਹੁਤ ਡਾਂਗਾਂ ਪਈਆਂ ਨੇ। ਮਟਕਾ ਚੌਂਕ ਉਸ ਚੀਜ਼ ਲਈ ਪਹਿਲਾਂ ਤੋਂ ਹੀ ਫੇਮਸ ਹੈ। ਹੁਣ ਤਾਂ ਇਕੱਲਾ ਮਟਕਾ ਚੌਂਕ ਦੀ ਮੈਂ ਗੱਲ ਨਹੀਂ ਕਰੂੰਗਾ, ਤੁਸੀਂ ਮੋਹਾਲੀ ਤੋਂ ਗੱਡੀ ਲੈ ਕੇ ਚੱਲ ਪਓ, ਜਿੱਧਰ ਮਰਜ਼ੀ ਜਿਹੜੇ ਮਰਜ਼ੀ ਚੌਂਕ 'ਚ ਛੋਟੇ ਛੋਟੇ ਬੱਚੇ 4 ਸਾਲ ਦੇ ਜਵਾਕ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਤੱਕ ਬੈਨਰ ਫੜ ਕੇ ਲੋਕ, ਜਿੱਥੇ ਵੀ ਉਹਨਾਂ ਨੂੰ ਕੋਈ ਜਗ੍ਹਾ ਮਿਲਦੀ ਹੈ ਖੜਾ ਹੀ ਆ ਬੰਦਾ, ਚਾਹੇ ਉਹ ਇਕੱਲਾ ਖੜਾ ਚਾਹੇ 2 ਜਣੇ ਖੜੇ ਆ। ਭੈਣ ਜੀ ਉਹਨਾਂ ਨੇ ਬਹੁਤ ਵਧੀਆ ਇਹ ਮੁਹਿੰਮ ਤੋਰੀ ਹੋਈ ਹੈ ਵੀ ਇੱਥੇ ਸਾਡੀਆਂ ਭੈਣਾਂ ਦਾ ਵੀ ਉੱਡਾ ਹੀ ਵੱਡਾ ਯੋਗਦਾਨ ਹੈ ਇਹਨਾਂ ਧਰਨਿਆਂ ਦੇ ਵਿੱਚ। ਜਿੰਨੇ ਵੀਰ ਉੱਥੇ ਦਿੱਲੀ, ਅਸੀਂ ਤਾਂ ਉਹਨਾਂ ਨੂੰ ਆਪਦੇ ਉਹਦੇ ਹੀ ਕਹਾਂਗੇ ਜਿਹੜੇ 2.5-3 ਮਹੀਨਿਆਂ ਤੋਂ ਬੈਠੇ ਆ। ਬੜੇ ਵੀਰਾਂ ਨਾਲ ਮੇਰੀ ਗੱਲ ਹੁੰਦੀ ਹੈ, ਕੋਈ ਕਹਿੰਦਾ ਵੀ ਬਾਈ ਮੇਰੇ 2 ਵਿਆਹ ਸੀ, ਮੇਰੀ ਮਾਸੀ ਦਾ ਮੁੰਡੇ ਦਾ ਵਿਆਹ ਸੀ, ਮੈਂ ਉੱਥੇ ਨਹੀਂ ਗਿਆ, ਕਿਉਂਕਿ ਐਡੇ ਸ਼ਿੱਦਤ ਨਾਲ ਹਰ ਇੱਕ ਵਰਗ ਡਟਿਆ ਹੋਇਆ ਇਸ ਲੜਾਈ ਦੇ ਵਿੱਚ। ਤੇ ਮੈਨੂੰ ਲੱਗਦਾ ਵੀ ਜਿਹੜੀ ਜਿੱਤ ਹੈ ਉਹ ਯਕੀਨੀ ਹੈ ਸਾਡੀ। ਉਹਨੂੰ ਥੋੜਾ ਟਾਈਮ ਲੱਗ ਸਕਦਾ ਹੈ, ਕਿਉਂਕਿ ਚੀਜ਼ਾਂ ਜਦੋਂ ਐਡਾ ਵੱਡਾ ਅੰਦੋਲਨ ਖੜਾ ਹੁੰਦਾ ਹੈ ਤਾਂ ਚੀਜ਼ਾਂ ਵਿੱਚ ਉਤਰਾਅ ਚੜਾਅ ਆਉਂਦਾ ਹੀ ਹੈ। ਕਦੇ ਵੀ ਕੋਈ ਚੀਜ਼ ਹੈ ਜਿਹੜੀ ਉਹ ਸਥਿਰ ਨਹੀਂ ਕਦੇ ਵੀ ਚੱਲ ਸਕਦੀ। ਜਿਵੇਂ ਤੁਸੀਂ ਕਹਿ ਰਹੇ, ਜਿੱਥੋਂ ਤੁਸੀਂ ਦੇਖਦੇ ਜੇ ਉੱਥੇ ਸੜਕਾਂ ਦੇ ਲੋਕ ਖੜੇ ਨੇ, ਕਿਸਾਨੀ ਅੰਦੋਲਨ ਦੇ ਨਾਅਰੇ ਲਾ ਰਹੇ ਨੇ, ਪਰ ਦਿੱਲੀ ਸਰਕਾਰ ਤੇ ਅੱਜ ਤੱਕ ਵੀ ਇਹੀ ਗੱਲ ਕਹਿ ਰਹੀ ਹੈ ਵੀ ਕਾਨੂੰਨ ਬਹੁਤ ਵਧੀਆ ਨੇ, ਇਹਨਾਂ ਨੂੰ ਸਮਝ ਨਹੀਂ ਆ ਰਹੀ, ਕਾਨੂੰਨ ਵਾਪਸ ਨਹੀਂ ਹੋਣਗੇ। ਕਈ ਤਰ੍ਹਾਂ ਦੇ ਦੂਸ਼ਣ ਲੱਗ ਰਹੇ ਨੇ, ਖਾਲਿਸਤਾਨੀ ਨੇ, ਮਾਓਵਾਦੀ ਨੇ, ਨਕਸਲਾਈਟ ਨੇ। ਕੀ ਲੱਗਦਾ ਨਹੀਂ ਵੀ ਬਹੁਤ ਵੱਡਾ ਟਕਰਾਅ ਪੈਦਾ ਹੋ ਗਿਆ? ਕਿੱਥੇ ਗੱਲ ਨਿਕਲੂ? ਉਹ ਐਕਚੁਅਲ ਦੇ ਵਿੱਚ ਜੋ ਵੀ ਮਾਓਵਾਦੀ ਖਾਲਿਸਤਾਨੀ ਉਹ ਸਾਰੇ ਫੇਲ ਫੈਕਟਰ ਨੇ। ਉਹਨਾਂ ਨੇ ਇੱਕ ਜਦੋਂ ਸਰਕਾਰ ਦੇ ਖਿਲਾਫ ਕੋਈ ਵੀ ਮੂਵਮੈਂਟ ਖੜੀ ਹੁੰਦੀ ਹੈ, ਇੱਕ ਤਾਂ ਹੁੰਦਾ ਵੀ ਇਹ ਇਕੱਲੇ ਪੰਜਾਬ ਦਾ ਮੁੱਦਾ ਸੀ, ਚਲੋ ਪੰਜਾਬ ਨੇ ਸ਼ੁਰੂ ਕੀਤੀ, ਪੰਜਾਬ ਤਾਂ ਮੋਹਰੀ ਬਣ ਗਿਆ। ਹੁਣ ਤਾਂ ਪੂਰਾ ਇਕੱਲਾ ਪੰਜਾਬ ਨਹੀਂ ਰਹਿ ਗਿਆ ਨਾ, ਹੁਣ ਤਾਂ ਪੂਰਾ ਭਾਰਤ ਹੀ ਆ ਚੁੱਕਿਆ। ਉੱਥੇ ਮਹਾਰਾਸ਼ਟਰ ਦੇ ਕਿਸਾਨ ਵੀ ਆਉਂਦੇ ਆ, ਮਹਾਰਾਸ਼ਟਰ 'ਚ ਵੀ, ਬੰਗਾਲ 'ਚ ਈਵਨ ਕਿ ਹੁਣ ਇਲੈਕਸ਼ਨ ਹੈ, ਬੀਜੇਪੀ ਉੱਥੇ ਪੂਰਾ ਆਪਦਾ ਜ਼ੋਰ ਲਾ ਰਹੀ ਹੈ। ਤਾਂ ਹੁਣ ਸੰਯੁਕਤ ਮੋਰਚੇ ਨੇ ਇਹ ਇੱਕ ਪਲਾਨ ਕੀਤਾ ਵੀ ਅਸੀਂ ਉੱਥੇ ਵੀ ਜਾਵਾਂਗੇ। ਜੇ ਪੰਜਾਬ ਦਾ ਮੁੱਦਾ ਹੁੰਦਾ, ਜੇ ਖਾਲਿਸਤਾਨੀ ਦਾ ਇਕੱਲਾ ਪੰਜਾਬੀਆਂ ਨੂੰ ਹੀ ਕਿਹਾ ਜਾਂਦਾ ਨਾ, ਮਾਓਵਾਦੀ, ਅੱਤਵਾਦੀ ਇਹ ਪੰਜਾਬ ਨਾਲ ਹੀ ਜੋੜੇ ਜਾਂਦੇ ਆ ਵੀ ਇਹ ਇੱਕ ਵੱਖਰੀ ਆਵਾਜ਼ ਚੱਕਦੇ ਆ, ਜੱਗੋਂ 13ਵੀਂ ਗੱਲ ਕਰਦੇ ਆ ਪੰਜਾਬੀ ਜਦੋਂ ਵੀ ਕਰਦੇ ਆ। ਪਰ ਮੈਨੂੰ ਲੱਗਦਾ ਵੀ ਉਹ ਸਾਰੇ ਫੇਲ ਫੈਕਟਰ ਨੇ ਉਹਨਾਂ ਦੇ ਗੌਰਮੈਂਟ ਦੇ। ਰਹਿ ਗਈ ਗੱਲ
ਖੇਤੀਬਾੜੀ ਮੰਤਰੀ ਤੋਮਰ ਸਾਹਿਬ ਦਾ ਇਹ ਬਿਆਨ ਆਇਆ ਸੀ ਵੀ ਕਾਨੂੰਨਾਂ 'ਚ ਸਾਨੂੰ ਤਾਂ ਕੁਝ ਵੀ ਕਾਲਾ ਨਹੀਂ, ਪਾਰਲੀਮੈਂਟ ਦੇ ਸੈਸ਼ਨ 'ਚ ਉਹਨਾਂ ਨੇ ਇਹ ਗੱਲ ਕਹੀ ਸੀ। ਅਸੀਂ ਤਾਂ ਸਾਡੇ ਜਿਹੜੇ ਆ ਛੋਟੇ ਛੋਟੇ ਜਵਾਕ ਨੇ ਉਹਨਾਂ ਨਾਲ ਇਹ ਬੱਚੇ ਵੀ ਡਿਬੇਟ ਕਰਨ ਨੂੰ ਤਿਆਰ ਨੇ, ਇਹ ਵੀ ਦੱਸ ਦੇਣਗੇ ਵੀ ਕਾਨੂੰਨਾਂ 'ਚ ਕਾਲਾ ਕੀ ਹੈ। ਇਹ ਨਹੀਂ ਹੈਗਾ ਵੀ ਸਿੱਧੇ ਤੌਰ ਤੇ ਸਾਡੀਆਂ ਜ਼ਮੀਨਾਂ ਕਾਰਪੋਰੇਟ ਆਊਗਾ ਲੈ ਜਾਊਗਾ। ਇੱਕ ਪਲਾਨ ਹੁੰਦਾ ਹੈ, ਇੱਕ ਇੱਕ ਕੀ ਕਹਿੰਦੇ ਨੂੰ ਸਲੋ ਪੋਇਜ਼ਨ ਦਿੱਤਾ ਜਾਂਦਾ। ਜਦੋਂ ਕਿਸੇ ਬੰਦੇ ਨੂੰ ਤੁਸੀਂ ਪਲਾਨ ਨਾਲ ਮਾਰਨਾ ਹੁੰਦਾ ਨਾ, ਉਹਨੂੰ ਇਕੱਠਾ ਉਹਦੇ ਛੁਰਾ ਨਹੀਂ ਮਾਰਿਆ ਜਾਂਦਾ ਢਿੱਡ 'ਚ ਬੱਖੀ 'ਚ, ਨਾ ਉਹਨੂੰ ਕੁਝ ਪਾ ਕੇ ਪੁੜੀ ਖਿਲਾ ਦਿੱਤੀ ਜਾਂਦੀ ਹੈ ਵੀ ਮਰ ਜਾ। ਉਹਨੂੰ ਇੱਕ ਤਰੀਕੇ ਨਾਲ ਸਿਸਟਮ ਹੈਂਡਲ ਕਰੂਗੀ। ਹੁਣ ਕਾਰਪੋਰੇਟ ਨੇ ਜਦੋਂ ਕਿਸਾਨ ਨੂੰ ਇੰਨਾ ਕੁ ਮਜਬੂਰ ਕਰ ਦੇਣਾ ਵੀ ਉਹਦੇ ਕੋਲੋਂ ਕਾਰਪੋਰੇਟ ਨੂੰ ਜ਼ਮੀਨ ਦੇਣ ਤੋਂ ਬਿਨਾਂ ਪਿੱਛੇ ਕੋਈ ਚਾਰਾ ਹੀ ਨਹੀਂ ਰਹਿ ਜਾਊਗਾ। ਵੱਧ ਤੋਂ ਵੱਧ ਕਿੰਨੀ ਕੁ ਗੇਮ ਹੋਊਗੀ, 2 ਸਾਲ ਦੀ, 3 ਸਾਲ ਦੀ। ਠੀਕ ਹੈ, ਕਈ ਛੋਟੇ ਜ਼ਿਮੀਂਦਾਰਾਂ ਲਈ ਤਾਂ ਮੈਂ ਕਹਿੰਦਾ ਵੱਧ ਖਤਰਨਾਕ ਹੈ ਕਾਨੂੰਨ ਇਹ, ਵੀ ਉਹ ਕੰਟਰੈਕਟ ਦੇ ਅਧੀਨ ਜਿਹੜੀਆਂ ਜ਼ਮੀਨਾਂ ਸਾਡੀਆਂ ਜਾਣਗੀਆਂ ਉਹਨਾਂ ਨੂੰ ਫਿਰ ਕੋਈ ਰੋਕ ਸਕੂਗਾ ਨਹੀਂ। ਉਹ ਕਾਰਪੋਰੇਟ ਨੇ ਇੱਕ ਐਸੇ ਪਲਾਨ ਦੇ ਅਧੀਨ ਆਉਣਾ ਹੈ, ਉਹਨਾਂ ਨੇ ਲੈ ਜਾਣਾ। ਹੁਣ ਉਹਦੇ 'ਚ ਕੋਰਟ ਇਨਵੋਲਵ ਨਹੀਂ ਸੀਗਾ। ਚਲੋ ਅਮੈਂਡਮੈਂਟਸ ਤੇ ਉਹ ਮੰਨਦੇ ਆ ਵੀ ਤੁਸੀਂ ਅਮੈਂਡਮੈਂਟਸ ਕਰਾ ਲਓ, ਪਰ ਗੱਲ ਇਹ ਹੈ ਵੀ ਅਮੈਂਡਮੈਂਟਸ ਕਰਾਉਣ ਨੂੰ ਅਸੀਂ ਤਿਆਰ ਹਾਂ। ਮੈਂ ਇਹ ਗੱਲ ਕਹਿਣਾ ਵੀ ਠੀਕ ਹੈ, ਜੇ ਅਮੈਂਡਮੈਂਟਸ ਲਈ ਵੀ ਕੋਈ ਚੀਜ਼ ਹੈ, ਆਪਣੀ ਗੱਡੀ 'ਚ ਵੀ ਨੁਕਸ ਪੈ ਜਾਂਦਾ, ਆਪਾਂ ਠੀਕ ਹੀ ਕਰਾਉਂਦੇ ਆ ਨਾ। ਏਜੰਸੀ ਵਾਲੇ ਕਾਰ ਨਵੀਂ ਤਾਂ ਨਹੀਂ ਬਦਲ ਕੇ ਦਿੰਦੇ। ਪਰ ਅਮੈਂਡਮੈਂਟ ਤੇ ਅਸੀਂ ਤਾਂ ਨਹੀਂ ਮੰਨ ਰਹੇ ਕਿਉਂਕਿ ਸਾਨੂੰ ਉਸ ਗਵਰਨਮੈਂਟ ਤੇ ਯਕੀਨ ਨਹੀਂ ਹੈਗਾ। ਪਹਿਲਾਂ ਜਿੰਨੀਆਂ ਵੀ ਉਸ 7-8 ਸਾਲ ਦੇ ਕਾਰਜਕਾਲ 'ਚ ਬੀਜੇਪੀ ਨੇ ਗੱਲਾਂ ਕੀਤੀਆਂ ਵੀ ਜੀ ਨੋਟਬੰਦੀ ਕਰੋਗੇ ਤਾਂ ਇੱਥੇ ਪਤਾ ਨਹੀਂ ਕਿੰਨੀ ਕੁ ਤਰੱਕੀ ਹੋ ਜਾਊਗੀ, GST ਲਾਇਆ, ਵਪਾਰੀ ਪਤਾ ਨਹੀਂ ਕਿੰਨੀ ਕੁ ਤਰੱਕੀ ਕਰ ਲੈਣਗੇ, ਕਿੰਨਾ ਕੁ ਪੈਸਾ ਕਮਾ ਲੈਣਗੇ, ਧਾਰਾ 370 ਤੋੜਤੀ, ਕਸ਼ਮੀਰੀ ਬਹੁਤ ਖੁਸ਼ਹਾਲ ਹੋ ਜਾਣਗੇ। ਉਹਨਾਂ ਦੇ ਵੱਧ ਤੋਂ ਬੱਤਰ ਹਾਲ ਹੋ ਗਏ। ਮੁਲਕ 'ਚ 108 ਰੁਪਏ ਲੀਟਰ, 104 ਰੁਪਏ ਲੀਟਰ ਪੈਟਰੋਲ ਹੋ ਗਿਆ, 400 ਵਾਲਾ ਸਿਲੰਡਰ 800 ਦਾ ਹੋ ਗਿਆ। ਬੀਜੇਪੀ ਦਾ ਬਹੁਤ ਵੱਡਾ ਫੇਲੀਅਰ ਰਿਹਾ 7 ਸਾਲਾਂ 'ਚ, ਤਾਂ ਕਰਕੇ ਸਾਨੂੰ ਉਹਨਾਂ ਦੀ ਕਿਸੇ ਵੀ ਗੱਲ ਤੇ ਯਕੀਨ ਨਹੀਂ। ਅਸੀਂ ਅੱਜ ਅਮੈਂਡਮੈਂਟ ਤੇ ਮੰਨ ਜਾਈਏ, ਆ ਜਾਈਏ ਵਾਪਸ, ਔਰ ਸਾਡਾ ਚਿੱਤ ਥੋੜੀ ਕਰਦਾ ਉੱਥੇ ਬੈਠਣ ਨੂੰ। ਕੱਲ ਨੂੰ ਉਹ ਸਾਲ ਬਾਅਦ ਮੁੜ ਕੇ ਫਿਰ ਕਾਨੂੰਨ ਤਾਂ ਪਾਸ ਹੈਗਾ ਹੀ ਆ, ਅਮੈਂਡਮੈਂਟ ਦੁਬਾਰੇ ਕਰ ਦੇਣਗੇ, ਫਿਰ ਲਿਆ ਕੇ ਲਾਗੂ ਕਰ ਦੇਣਗੇ। ਤਾਂ ਕਰਕੇ ਸਾਨੂੰ ਯਕੀਨ ਨਹੀਂ ਉਹਨਾਂ ਤੇ। ਇਦਾਂ ਨਹੀਂ ਲੱਗਦਾ ਜਿਵੇਂ ਤੁਸੀਂ ਵੀ ਗੱਲ ਕਹੀ ਹੈ ਵੀ ਸ਼ਾਇਦ ਪੰਜਾਬ ਨਾਲ ਕੋਈ ਵੀ ਸਰਕਾਰ ਹੋਵੇ, ਦਿੱਲੀ ਦੀ ਸਰਕਾਰ, ਉਹ ਵਿਤਕਰਾ ਕਰਦੀ ਹੈ। ਇਹ ਬਲੂ ਸਟਾਰ ਆਪਰੇਸ਼ਨ ਹੋ ਸਕਦਾ, ਜਿਹੜੀ ਧਰਤੀ ਤੇ ਖੜੇ ਚੰਡੀਗੜ੍ਹ, ਇਹ 22 ਪਿੰਡਾਂ ਨੂੰ, ਪੰਜਾਬੀ ਪਿੰਡਾਂ ਨੂੰ ਉਜਾੜ ਕੇ ਬਣਾਈ, ਅੱਜ ਤੱਕ ਪੰਜਾਬ ਨੂੰ ਨਹੀਂ ਦਿੱਤੀ। ਹੁਣ ਮੋਦੀ ਸਰਕਾਰ ਨੇ GST ਨਹੀਂ ਦੇ ਰਹੀ ਪੰਜਾਬ ਦਾ। ਮੋਦੀ ਸਰਕਾਰ ਜਿਹੜੀ ਹੈ ਪੰਜਾਬ ਦਾ ਜਿਹੜਾ ਮੰਡੀ ਬੋਰਡ ਦਾ ਹੈਗਾ, ਰੂਰਲ ਡਿਵੈਲਪਮੈਂਟ ਫੰਡ ਨਹੀਂ ਦੇ ਰਹੀ। ਲੱਗਦਾ ਨਹੀਂ ਪੈਂਦਾ ਵੀ ਪੰਜਾਬ ਹੀ ਸ਼ਾਇਦ ਕਿਤੇ ਰੜਕਦਾ ਹੈ ਸਰਕਾਰ ਨੂੰ। ਦੇਖੋ ਉਹ ਕਹਿ ਨਹੀਂ ਦਿੰਦੇ ਵੀ ਅੰਨੇ ਨਾਲੋਂ ਤਾਂ ਫਿਰ ਕਾਣਾ ਚੰਗਾ। ਹੁਣ ਗੌਰਮੈਂਟਾਂ ਨੇ ਤਾਂ ਪਿਛਲੀਆਂ ਨੇ ਵੀ ਕੁਝ ਨਹੀਂ ਸਵਾਰਿਆ ਪੰਜਾਬ ਦਾ, ਪਰ ਹੁਣ ਇਹ ਤਾਂ ਮਤਲਬ ਸੰਘੀ ਨੱਪਣ ਤੱਕ ਆ ਗਈ ਨਾ। ਜੇ ਉਹ ਸਾਡੇ ਲੱਕ ਤੱਕ ਸੀ, ਇਹ ਤਾਂ ਹੁਣ ਗਲ ਤੱਕ ਆ ਚੁੱਕੇ ਆ। ਹੁਣ ਪ੍ਰੋਬਲਮ ਹੈਗੀ ਆ ਸਰਵਾਈਵ ਦੀ, ਵੀ ਜਿਉਂਦਾ ਕਿਵੇਂ ਰਹਿਣਾ ਆਮ ਬੰਦੇ ਦਾ। ਹੁਣ ਜ਼ਿਮੀਂਦਾਰ ਨੇ ਇੰਨਾ ਕਰਜ਼ਾ, ਕੀ 2 ਕਿੱਲਿਆਂ 'ਚ 3 ਕਿੱਲਿਆਂ ਵਾਲਾ ਕਿੱਥੇ ਆਪਦੇ ਜਵਾਕਾਂ ਨੂੰ ਕਨਵੈਂਟ ਸਕੂਲਾਂ 'ਚ ਪੜਾਊਗਾ। ਕੋਈ ਸੁੱਖ ਨਹੀਂ, ਕੋਈ ਸਹੂਲਤ ਨਹੀਂ, ਕੋਈ ਸਿਸਟਮ ਹੀ ਨਹੀਂ ਹੈਗਾ ਇਸ ਮੁਲਕ ਦਾ। ਸੋ ਮੈਨੂੰ ਲੱਗਦਾ ਵੀ ਪੰਜਾਬ ਨਾਲ ਵਿਤਕਰਾ, ਜਿਵੇਂ ਤੁਸੀਂ ਕਿਹਾ, ਹੁੰਦਾ ਸ਼ੁਰੂ ਤੋਂ ਹੀ ਆਇਆ, ਪਰ ਇਹ ਜਿਹੜੀ ਗੌਰਮੈਂਟ ਹੈ ਇਹਨੇ ਤਾਂ ਹੁਣ ਸਰਵਾਈਵ ਦਾ ਹੀ ਮੁੱਦਾ ਬਣਾ ਕੇ ਰੱਖਤਾ ਨਾ। ਕਿਉਂਕਿ ਜ਼ਮੀਨਾਂ ਦੇ ਨਾਲ ਹੀ ਪੰਜਾਬ ਨੂੰ ਬੋਲੀ ਤੇ ਖੇਤਾਂ ਤੋਂ ਬਿਨਾਂ ਤੁਸੀਂ ਸਿਰਜ ਹੀ ਨਹੀਂ ਸਕਦੇ। ਜੇ ਅੱਜ ਸਾਨੂੰ ਕੋਈ ਬਾਹਰੋਂ ਆ ਕੇ ਕੋਈ ਇਦਾਂ ਦਾ ਕਾਨੂੰਨ ਬਣ ਜੇ ਵੀ ਤੁਸੀਂ ਹਿੰਦੀ ਬੋਲਣੀ ਹੈ, ਕਦੇ ਪੋਸੀਬਲ ਹੀ ਨਹੀਂ ਹੋ ਸਕਦਾ। ਇਦਾਂ ਹੀ ਜੇ ਪੰਜਾਬ 'ਚੋਂ ਹੁਣ ਜੇ ਅਨਾਜ ਦੀ ਵੈਲਿਊ ਲਾਉਣਗੇ, ਅਨਾਜ ਨੂੰ ਇੱਕ ਤਿਜੋਰੀ 'ਚ ਪਾਉਣਗੇ, ਇੱਕ ਮਾਰਕੀਟ ਦੀ ਚੀਜ਼ ਬਣਾਉਣਗੇ, ਕਿੱਥੇ ਤਾਂ ਹੁਣ ਉਹ ਸਾਡੇ ਢੋਲਾਂ 'ਚ ਪਈ ਆ ਪਿੰਡਾਂ 'ਚ। ਸਾਨੂੰ ਹੁਣ ਇਹ ਤਾਂ ਨਹੀਂ ਹੈਗਾ ਵੀ ਆਟਾ ਅਸੀਂ ਮੁੱਲ ਲੈ ਕੇ ਜਾਣਾ ਦੁਕਾਨਾਂ ਤੋਂ। 80% ਪੰਜਾਬ ਦੇ ਮੈਂ ਗੱਲ ਕਰ ਰਿਹਾ ਜਿਹੜੇ ਕਿਸਾਨ ਭਰਾ ਪਿੰਡਾਂ 'ਚ ਰਹਿੰਦੇ ਆ, 5 ਕਿੱਲਿਆਂ ਤੋਂ ਜਾਂ 4 ਕਿੱਲਿਆਂ ਤੋਂ ਘੱਟ ਵਾਲੇ ਨੇ, 2 ਕਿੱਲਿਆਂ ਤੋਂ ਦਾਣਾ 4 ਮੱਝਾਂ ਰੱਖ ਲੈਂਦਾ ਅਗਲਾ, ਨਾਲ 2 ਕਿੱਲੇ ਜ਼ਮੀਨ ਦੇ ਆ, ਸਰਵਾਈਵ ਕਰ ਲੈਂਦਾ, ਦੁੱਧ ਪਾ ਲੈਂਦਾ, ਸਿਸਟਮ ਵਧੀਆ ਚਲਾ ਲੈਂਦਾ। ਹੁਣ ਜਦੋਂ ਉਹੀ ਆਟਾ ਉਹਨੂੰ 50 ਰੁਪਏ ਕਿਲੋ ਮਿਲੂਗਾ ਤਾਂ ਉਹ ਕਿੱਥੋਂ ਖਾਊਗਾ ਜੀ। ਇਹ ਹੁਣ ਅਨਾਜ ਦੀ ਕੀਮਤ ਤੈਅ ਕਰਨ ਦਾ ਜਿਹੜਾ ਇਹ ਫੰਡ ਬਿੱਲ ਆਏ ਨੇ, ਕਿਤੇ ਨਾ ਕਿਤੇ ਜਾ ਕੇ ਅਨਾਜ ਨੂੰ ਤਿਜੋਰੀ 'ਚ ਕੈਦ ਕਰਨ ਦਾ ਜਿਹੜਾ ਪ੍ਰੋਸੈਸ ਗੌਰਮੈਂਟ ਨੇ ਚਲਾਇਆ, ਇਹਦੀ ਹੀ ਇਹ ਲੜਾਈ ਹੈ। ਇਹਦੀ ਬੋਲੀ ਸਿਰਫ ਆਪਣਾ ਕਿਸਾਨ ਹੈ ਜਿਹੜਾ, ਉਹ ਆਪਦੇ ਹਿਸਾਬ ਨਾਲ ਜਿੰਨਾ ਕੁ ਜੋ ਉਹਨੂੰ ਆਪਦਾ ਲੱਗਦਾ ਵੀ ਹਾਂ ਮੈਂ 4 ਕੁਆਂਟਲ ਦਾਣੇ ਆਪਦੇ ਜੋਗੇ ਰੱਖਣੇ ਨੇ, 10 ਕੁਆਂਟਲ ਵੇਚਣੇ ਨੇ, ਉਹ ਕਿਸਾਨ ਹੀ ਫੈਸਲਾ ਕਰੂਗਾ, ਜ਼ਿਮੀਂਦਾਰ ਹੀ ਫੈਸਲਾ ਕਰੂਗਾ। 150 ਦੇ ਕਰੀਬ ਗਾਣੇ ਲਿਖਦੇ ਨੇ ਇਸ ਅੰਦੋਲਨ ਨਾਲ। ਜਿਵੇਂ ਤੁਸੀਂ ਰਾਤ ਨੂੰ ਇੱਥੇ ਆਏ ਜੇ, ਕੰਵਰ ਗਰੇਵਾਲ, 40 ਪੰਜਾਬ ਜਿਹੜੇ ਫਿਲਮੀ ਪੰਜਾਬੀ ਕਲਾਕਾਰ ਦਿੱਲੀ ਗਏ, ਲਗਾਤਾਰ ਤੁਸੀਂ ਲੱਗੇ ਜੇ। ਹੁਣ ਇਸ ਤੋਂ ਵੱਧ ਤੁਸੀਂ ਕੀ ਕਰੋਗੇ? ਜਿਵੇਂ ਸਰਕਾਰ ਤੇ ਅੜੀ ਪਈ ਹੈ, ਕੀ ਤੁਸੀਂ ਸੋਚਦੇ, ਤੁਹਾਡੇ ਦਿਮਾਗ 'ਚ ਕੀ ਆਉਂਦਾ, ਕਿਵੇਂ ਤੁਸੀਂ ਸੰਘਰਸ਼ ਨੂੰ ਹੋਰ ਉਭਾਰੋਗੇ? ਬਾਈ ਜੀ ਦੇਖੋ, ਜਿੰਨਾ ਜਿਹਦੇ ਤੋਂ ਹੁੰਦਾ ਸੀ, ਕੱਲੇ ਕਲਾਕਾਰਾਂ ਨੂੰ ਆਪਾਂ ਨਾ ਇਹਦੇ 'ਚ ਰੱਖੀਏ। ਚਲੋ ਇੱਕ ਸਾਡਾ ਫੀਲਡ ਇਦਾਂ ਦਾ ਆ ਜਾਂਦਾ, ਲੋਕ ਪਿਆਰ ਕਰਦੇ ਆ ਦਿਲਾਂ 'ਚ, ਥਾਂ ਅਸੀਂ ਸੁਣੀ ਜਾਂਦੀ ਆ। ਇੱਕ ਜਿਹੜੀ ਗੱਲ ਕਹਿ ਦਿੱਤੀ ਜਾਂਦੀ ਆ ਉਹ ਵੱਡੇ ਪੱਧਰ ਤੇ ਜਾਂਦੀ ਹੈ, ਯੂਥ 'ਚ ਖਾਸ ਕਰਕੇ ਜਾਂਦੀ ਹੈ।
ਸਾਰੇ ਹੀ ਸੁਣਦੇ ਨੇ, ਸਾਰੇ ਹੀ ਸੁਣਦੇ ਸਾਰੇ ਜੀ। ਹੁਣ ਦੂਜੀ ਗੱਲ ਇਹ ਹੈਗੀ ਵੀ ਜਦੋਂ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ, ਗਵਰਨਮੈਂਟ ਨਹੀਂ ਕੋਈ ਸਾਡਾ ਸਿੱਟਾ ਨਿਕਲਦਾ ਕਿਸੇ ਮੁਕਾਮ ਤੱਕ, ਇਹ ਬਿੱਲ ਨਹੀਂ ਰੱਦ ਹੁੰਦੇ। ਸੋ ਸਾਡੀ ਹੁਣ ਜਿੱਥੋਂ ਸਾਨੂੰ ਕਮਾਂਡ ਆਉਣੀ ਹੈ ਉਹ ਹੋਣੀ ਹੈ ਸੰਯੁਕਤ ਮੋਰਚੇ ਦੀ, ਜਿਹੜੇ ਆਗੂ ਅਸੀਂ ਮੂਹਰੇ ਲਾਇਆ, ਕਿਉਂਕਿ ਗਵਰਨਮੈਂਟ ਨਾਲ ਉਹਨਾਂ ਨੇ ਜਾ ਕੇ ਗੱਲਬਾਤ ਕਰਨੀ ਹੈ। ਸਾਡਾ ਇਹ ਜ਼ਰੂਰ ਹੈ ਵੀ ਅਸੀਂ ਉਹਨਾਂ ਨੂੰ ਸੁਝਾਅ ਦੇ ਸਕਦੇ ਹਾਂ ਵੀ ਬਾਈ ਜੀ ਇੱਦਾਂ ਨਹੀਂ ਤਾਂ ਇੱਦਾਂ ਕਰ ਲਓ, ਇੱਦਾਂ ਨਹੀਂ ਤਾਂ ਇੱਦਾਂ ਕਰ ਲਓ, ਕਿਉਂਕਿ ਯੂਥ ਇੱਕ ਐਸਾ ਪਿਲਰ ਹੈ ਜਿਹਦੇ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਐਜੀਟੇਸ਼ਨ ਹੈ ਉਹ ਕਿਸੇ ਮੁਕਾਮ ਤੱਕ ਜਾ ਸਕਦੀ ਹੈ। ਯੂਥ ਦਾ ਵੱਡਾ ਹੱਥ ਹੈ, ਮੋਰਚੇ ਵਾਲੇ ਵੀ ਮੰਨਦੇ ਆ, ਸਾਰਾ ਪੰਜਾਬ ਸਾਰੇ ਹੀ ਮਤਲਬ ਆਲ ਓਵਰ ਮੰਨਦੇ ਆ ਲੋਕ, ਇਹ ਯੂਥ ਦਾ ਇੱਕ ਵੱਡਾ ਯੋਗਦਾਨ ਹੈ। ਜਦੋਂ ਬੈਰੀਕੇਡ ਤੋੜਦੇ ਨੇ ਉੱਥੇ ਵੀ ਯੂਥ ਨਹੀਂ ਆਉਣਾ, ਜਦੋਂ ਦਿੱਲੀ ਦੇ ਬਾਰਡਰਾਂ ਤੇ ਜਾਣਾ ਉੱਥੇ ਵੀ ਯੂਥ ਨਹੀਂ ਆਉਣਾ, ਟਰੈਕਟਰਾਂ ਤੇ ਇੰਨਾ 80 ਸਾਲ ਦਾ ਬਜ਼ੁਰਗ ਨਹੀਂ ਟਰੈਵਲ ਕਰ ਸਕਦਾ, ਉੱਥੇ ਯੂਥ ਹੀ ਜਾਊਗਾ। ਸੋ ਸਾਡਾ ਇਹੀ ਹੈ ਕਿ ਅਸੀਂ ਯੂਥ ਨੂੰ ਲਾਮਬੰਦ ਕਰਨਾ ਵੀ ਠੀਕ ਹੈ, ਆਪਾਂ ਜਦੋਂ ਤੱਕ ਜਿੱਤ ਨਹੀਂ ਹੁੰਦੀ ਉਦੋਂ ਤੱਕ ਇੱਕ ਤਾਂ ਆਪਣੇ ਆਪ ਨੂੰ ਨੈਗੇਟਿਵ ਨਹੀਂ ਕਰਨਾ ਵੀ ਯਾਰ, ਕਿਉਂਕਿ ਜਦੋਂ ਕਿਸੇ ਵੀ ਐਜੀਟੇਸ਼ਨ ਨੂੰ ਫੇਲ ਕਰਨਾ ਗਵਰਨਮੈਂਟ ਨੇ ਕੀ ਕਰਨਾ, ਉਹਨੂੰ ਲੰਬਾ ਪਾ ਦਿਓ। ਲੰਬੀ ਹੁਣ ਸਾਨੂੰ ਵੀ ਤਕਰੀਬਨ 3 ਮਹੀਨੇ ਹੋਣ ਵਾਲੇ ਹੋ ਗਏ, 6 ਹੀ ਹੋ ਗਏ, ਪੰਜਾਬ 'ਚ 3 ਹੋ ਗਏ, ਨਹੀਂ ਸੁਣਵਾਈ ਹੋ ਰਹੀ। ਤਾਂ ਇਹ ਦੁਨੀਆ 'ਚ ਇਤਿਹਾਸ ਹੈ ਵੀ ਇਕੱਲੀ ਐਜੀਟੇਸ਼ਨ ਇਹ ਨਹੀਂ ਹੈਗੀ, ਜਿਹੜੀ ਉਹ ਪਗੜੀ ਸੰਭਾਲ ਜੱਟਾ ਸੀ ਉਹ 9 ਮਹੀਨੇ ਚੱਲੀ ਸੀ ਲਗਾਤਾਰ। ਸੋ ਅਸੀਂ ਹਲੇ ਵੇਟ ਕਰ ਰਹੇ ਹਾਂ ਵੀ ਹਲੇ ਸਾਨੂੰ ਆਸ ਹੈ ਵੀ ਕਿਤੇ ਨਾ ਕਿਤੇ ਜਾ ਕੇ ਸਾਡੀ ਸੁਣਵਾਈ ਹੈ ਜਿਹੜੀ ਹੋਊਗੀ। ਜਿਹੜੀ ਘਟਨਾ ਵਾਪਰੀ ਉਹਨੇ ਕਿੰਨਾ ਕੁ ਨੁਕਸਾਨ ਪਹੁੰਚਾਇਆ ਅੰਦੋਲਨ? ਇੱਕ ਨੁਕਸਾਨ ਜੇ ਮੈਂ ਕਹਿ ਦੇਵਾਂ ਪਹੁੰਚਾਇਆ ਤਾਂ ਇਹ ਹੈ ਵੀ ਪਹੁੰਚਾਇਆ ਜ਼ਰੂਰ ਹੈ, ਇੱਥੋਂ ਮੈਂ ਮੁੱਕਰੂੰਗਾ ਨਹੀਂ, ਕਿਉਂਕਿ ਇੱਕ ਜਿਹੜਾ ਐਡਾ ਵੱਡਾ ਪ੍ਰੈਸ਼ਰ ਗਵਰਨਮੈਂਟ ਤੇ ਲਗਾਤਾਰ ਪਿਆ ਹੋਇਆ ਸੀ, ਗਵਰਨਮੈਂਟ ਕੋਲ ਇੱਕ ਵੀ ਪੁਆਇੰਟ ਨਹੀਂ ਸੀ ਸਾਡੇ ਖਿਲਾਫ। ਜਦੋਂ ਸਾਡੇ ਆਗੂ ਜਾਂਦੇ ਸੀ ਉਹਨਾਂ ਕੋਲ ਗੱਲ ਕਰਨ ਲਈ ਕੋਈ ਕਲੂ ਨਹੀਂ ਸੀ। ਹੁਣ ਉਹ ਜਾ ਕੇ ਕਹਿੰਦੇ ਆ ਜੀ ਤਿਰੰਗੇ ਦੀ ਬੇਇੱਜ਼ਤੀ ਕਰਤੀ ਇਹਨਾਂ ਨੇ ਜੀ, ਇਹ ਤਾਂ ਜੀ ਲਾਲ ਕਿਲੇ 'ਚ ਵੜ ਗਏ ਜੀ, ਇਹ ਤਾਂ ਦਿੱਲੀ ਦੇ ਮੌਕਾ ਮਿਲ ਗਿਆ, ਉਹਨਾਂ ਕੋਲ ਬੋਲਣ ਲਈ ਮੌਕਾ ਮਿਲ ਗਿਆ। ਪਰ ਜੋ ਪਲੈਨਡ ਕਰਵਾਇਆ ਸਾਰਾ ਕੁਝ ਉਹ ਕਰਵਾਇਆ ਗਵਰਨਮੈਂਟ ਨੇ। ਅੱਜ ਬੱਚੇ ਨੂੰ ਪਤਾ ਲੱਗ ਗਿਆ ਲਾਲ ਕਿਲਾ ਐਡਾ ਇੱਕ ਸਾਡੇ ਦੇਸ਼ ਦਾ ਮਤਲਬ ਦੁਨੀਆ 'ਚ ਉਹਦੀ ਇੱਕ ਵੱਡਾ ਥਾਂ ਹੈ ਲਾਲ ਕਿਲੇ ਦਾ, ਤੇ ਉੱਥੇ 26 ਜਨਵਰੀ ਨੂੰ ਜਿੱਥੇ ਚੰਦ ਕਿਲੋਮੀਟਰ ਤੇ ਪ੍ਰਧਾਨ ਮੰਤਰੀ ਦਾ ਨਿਵਾਸ ਹੈ, ਵੱਡੇ ਮੰਤਰੀ ਰਹਿੰਦੇ ਆ ਉੱਥੇ, ਸਿਕਿਉਰਿਟੀ ਪਰਪਸ ਤੋਂ ਉੱਥੇ ਕੁਝ ਵੀ ਨਹੀਂ, ਇਹ ਕਿੱਦਾਂ ਹੋ ਸਕਦਾ? ਤੇ ਤੁਸੀਂ ਉਹਦੇ ਦਰਵਾਜ਼ੇ ਖੋਲ੍ਹਤੇ ਵੀ ਆਓ ਵੜ ਜਾਓ, ਉਦੋਂ ਬਾਅਦ ਸਾਡੇ ਮੁੰਡਿਆਂ ਤੇ ਪਰਚੇ ਦੇ ਕੇ ਤੁਸੀਂ ਅੰਦਰ ਪਾਤਾ, ਰਾਈਟ? ਕਿਸੇ ਨੂੰ ਨਹੀਂ ਪਤਾ ਵੀ ਉਹ ਵਿਚਾਰੇ ਕਿਹੜੇ ਹਾਲਾਂ 'ਚ ਨੇ। ਗਵਰਨਮੈਂਟ ਨੇ ਕੀਤਾ ਪ੍ਰੋਪੋਗੰਡਾ, ਉਹਦੇ ਅਧੀਨ ਸਾਨੂੰ ਫਸਾ ਲਿਆ। ਫਿਰ ਸਾਡੀ ਐਜੀਟੇਸ਼ਨ ਨੂੰ ਉੱਥੇ ਆ ਕੇ ਢਾਹ ਲੱਗੀ ਹੈ ਵੀ ਉਦੋਂ ਬਾਅਦ 'ਚ ਸਾਡੇ ਸਮਾਜ 'ਚ ਕੀ ਹੋਇਆ, ਜਿੱਥੇ 3 ਬਿੱਲਾਂ ਦੀ ਗੱਲ ਹੋਣੀ ਚਾਹੀਦੀ ਸੀ ਉੱਥੇ ਧੜੇਬਾਜ਼ੀ ਹੋ ਗਈ। ਇੱਕ ਪਾਰਟ ਕਹਿ ਰਿਹਾ ਵੀ ਜੀ ਆਹ ਬੰਦੇ ਸਹੀ ਹੈ, ਆਹ ਬੰਦੇ ਗਲਤ ਹੈ। ਹੁਣ ਜਿਹੜਾ ਆਹ ਚੱਲ ਪਿਆ ਕੰਮ, ਇਹ 26 ਤੋਂ ਪਹਿਲਾਂ ਨਹੀਂ ਸੀਗਾ, ਸਾਰੇ ਇੱਕੇ 'ਚ ਚੱਲਦੇ ਸੀ, ਜਾਬਤੇ 'ਚ ਰਹਿ ਕੇ ਚੱਲਦੇ ਸੀ। ਹੁਣ ਕੀ ਹੋ ਗਿਆ, ਆਹ ਸਹੀ ਨੇ ਆਹ ਗਲਤ ਨੇ। ਇਹ ਵਕਤ ਨਹੀਂ ਹੈਗਾ ਇਹ ਗੱਲਾਂ ਕਹਿਣ ਦਾ ਵੀ ਆਹ ਸਹੀ ਨੇ ਆਹ ਗਲਤ ਹੈ, ਇਹ ਵਕਤ ਹੈ ਇਕੱਠੇ ਹੋ ਕੇ ਚੱਲਦਾ। ਚਾਹੇ ਯੂਥ ਵੀ ਹੈ ਉਹਨੂੰ ਵੀ ਨਾਲ ਲੈ ਕੇ ਚੱਲੀਏ, ਸੰਯੁਕਤ ਮੋਰਚੇ ਵਾਲੇ ਆ, ਸਾਡੇ ਆਗੂ ਹੈ, ਪਰ ਉਹ ਰੱਬ ਦਾ ਨਹੀਂ ਹੈਗੇ। ਸਾਡੀਆਂ ਉਹਨਾਂ ਨੂੰ ਸਲਾਹਾਂ ਦੇਣੀਆਂ ਟਾਈਮ ਤੇ, ਜਿੰਨੀ ਮੋਰਚੇ ਲਈ ਮਿਹਨਤ ਉਹਨਾਂ ਨੇ ਕੀਤੀ ਉਨੀ ਅਸੀਂ ਵੀ ਕੀਤੀ, ਦਿਨ ਪਰ ਰਾਤ ਅੱਜ ਵੀ ਕਰ ਰਹੇ ਹਾਂ। ਅਸੀਂ ਕੋਈ ਉਹਨਾਂ ਦੀ ਇੱਜ਼ਤ 'ਚ ਕਮੀ ਨਹੀਂ ਆਉਣ ਦਿੰਦੇ, ਸਾਡੇ ਆਗੂ ਨੇ, ਸਤਿਕਾਰ ਉਹਨਾਂ ਦਾ ਦਿਲ 'ਚ ਪੂਰਾ ਹੈ। ਪਰ ਜੇ ਸਾਡੇ ਕੋਲੇ ਇੱਕ ਬੈਟਰ ਵੇ ਹੈ, ਜੇ ਤੁਸੀਂ ਮੰਨ ਲਓ ਵੀ ਇੱਕ ਟਾਰਗੇਟ ਨੂੰ ਆਪਾਂ ਲੱਗੇ ਹੋਏ ਆ ਅਚੀਵ ਕਰਨਾ ਸਾਰਿਆਂ ਨੇ, ਤਾਂ ਉਹਦੇ 'ਚ ਪੂਰਾ ਪੰਜਾਬ ਹੈ। ਜੇ ਇੱਕ ਜਿੰਨਾ 26 ਜਨਵਰੀ ਦੀ ਘਟਨਾ ਹੈ, ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ। ਨਹੀਂ ਬਾਈ ਜੀ, ਜ਼ਿੰਮੇਵਾਰ ਕੋਈ ਵੀ ਨਹੀਂ ਹੈਗਾ। ਜੇ ਹੁਣ ਤੁਸੀਂ ਇੱਕ ਗੱਲ ਕਹਿ ਦੋਗੇ ਇਸ ਚੀਜ਼ ਨੂੰ, ਤਾਂ ਮੈਂ ਵੀ ਇੱਥੇ ਆ ਕੇ ਮਾੜਾ ਮੰਨਦਾ ਵੀ ਤੁਸੀਂ ਸਟੇਜ ਤੋਂ ਇਹ ਬੋਲ ਕੇ ਕਹਿ ਦੋਗੇ ਵੀ ਜਿਹੜੇ ਲਾਲ ਕਿਲੇ 'ਚ ਗਏ ਉਹ ਸਾਡੇ ਹੈ ਹੀ ਨਹੀਂ ਸੀ। ਕਿਵੇਂ ਨਹੀਂ ਸੀ ਬਈ? ਲਾਲ ਕਿਲੇ 'ਚ ਕੋਈ 200 ਬੰਦਾ ਚਲੇ ਗਿਆ, 300, ਉੱਥੇ ਤਾਂ ਲੱਖਾਂ ਲੋਕ ਗਏ ਆ, ਤੇ ਉਹ ਸਾਰੇ ਕਿਸਾਨ ਹੀ ਸੀ ਨਾ। ਜੇ ਅੱਜ ਤੁਸੀਂ ਉਹਨਾਂ ਨੂੰ ਇਹ ਕਹਿ ਦੋਗੇ ਵੀ ਜਿਹੜੇ ਲਾਲ ਕਿਲੇ 'ਚ ਗਏ ਉਹ ਤਾਂ ਸਾਡੇ ਹੈ ਹੀ ਨਹੀਂ ਸੀ, ਗਲਤ ਗੱਲ ਹੈ। ਬੰਦੇ ਦੇ ਨਾ ਜੀ ਇਮੋਸ਼ਨ ਹੁੰਦੇ ਆ, ਜਜ਼ਬਾਤ ਹੁੰਦੇ ਆ। 2 ਮਹੀਨੇ ਤੋਂ ਉੱਥੇ ਬੈਠੇ ਆ, ਲਗਾਤਾਰ 11 ਮੀਟਿੰਗਾਂ, ਫੇਲੀਅਰ ਬਿਲਕੁਲ ਕੋਈ ਸਿੱਟਾ ਨਹੀਂ, 200 ਤੋਂ ਉੱਤੇ ਮੌਤਾਂ। ਮੇਰੇ ਵਰਗਾ ਵੀ ਬੰਦਾ ਜਜ਼ਬਾਤੀ ਹੋ ਜਾਂਦਾ ਵੀ ਯਾਰ ਮੈਂ ਜਾਂਦਾ ਅੱਗੇ, ਦੇਖੋ ਕਿਹੜਾ ਰੁਕਦਾ। ਇੱਥੇ ਇਹੀ ਇੱਕ ਲੀਡਰਸ਼ਿਪ ਦੀ ਕੁਆਲਿਟੀ ਚੈੱਕ ਕਰਨ ਦਾ ਟਾਈਮ ਹੁੰਦਾ ਹੈ ਵੀ ਤੁਸੀਂ ਪਾਸ ਹੋ ਕਿ ਤੁਸੀਂ ਫੇਲ ਹੋ। ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀਗਾ ਵੀ ਇਹ ਸਾਡੇ ਹੈ ਨਹੀਂ, ਇਹ ਤਾਂ ਜੀ ਬੀਜੇਪੀ ਦੇ ਨੇ, ਫਲਾਣੇ ਨੇ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਵੀ ਜੋ ਹੋ ਗਿਆ ਉਹਦੇ ਤੇ ਮਿੱਟੀ ਪਾਓ, ਅੱਗੇ ਦੀ ਵਾਰ ਨੂੰ ਆਪਾਂ ਇਦਾਂ ਦਾ ਕੁਝ ਨਹੀਂ ਕਰਨਾ। ਆਪਾਂ ਇੱਕ ਰੱਖਣਾ ਕੀ ਯੂਥ ਹੈ ਉਹਨੂੰ ਵੀ ਨਾਲ ਲੈ ਕੇ ਚੱਲਣਾ ਹੈ, ਚਾਹੇ ਉਹਦੇ 'ਚ ਕੋਈ ਵੀ ਹੈ, ਚਾਹੇ ਉਹਦੇ 'ਚ ਮੈਂ ਨਾਂ ਲੈ ਕੇ ਬੋਲ ਦਿੰਦਾ ਦੀਪ ਹੈ, ਲੱਖ ਹੈ, ਕਿਉਂਕਿ ਉਹਨਾਂ ਦਾ ਵੀ ਬਰਾਬਰ ਦਾ ਹੀ ਯੋਗਦਾਨ ਹੈ ਇਸ ਐਜੀਟੇਸ਼ਨ 'ਚ। ਪੰਜਾਬ 'ਚ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਸੰਘਰਸ਼ ਕੀਤਾ, ਭਰਾਵਾਂ ਨੇ ਮਿਸਲਾਂ ਲੜਦੀਆਂ ਸੀਗੀਆਂ, ਸਾਨੂੰ ਸਭ ਨੂੰ ਪਤਾ। ਸਿੱਖ ਪੰਥ ਦਾ ਇਤਿਹਾਸ ਆਪਾਂ ਨੇ ਪੜ੍ਹਿਆ। ਪਰ ਜੇ ਕੋਈ ਬਾਹਰਲਾ ਬੰਦਾ ਹਮਲਾ ਕਰਦਾ ਸੀ, ਫਿਰ ਹੁੰਦੇ ਤਾਂ ਇੱਕ ਸੀ ਨਾ ਸਾਰੇ। ਆਪਸੀ ਚਾਹੇ ਵਿਚਾਰਕ ਮਤਭੇਦ ਸਾਡੇ ਬਹੁਤ ਸੀਗੇ, ਪਰ ਵਿਰੋਧੀਆਂ ਲਈ ਤਾਂ ਅਸੀਂ ਇੱਕ ਸੀ ਨਾ। ਅੱਜ ਇਹ ਗੱਲਾਂ ਖੜੀਆਂ ਕਰ ਲੈਣੀਆਂ ਵੀ ਉਹ ਸਹੀ ਹੈ ਉਹ ਗਲਤ ਹੈ,
ਅੱਜ ਇਹ ਐਜੀਟੇਸ਼ਨ ਹੈ ਲੋਕਾਂ ਦੀ, ਇਹ ਕਿਸੇ ਆਗੂ ਦੀ ਐਜੀਟੇਸ਼ਨ ਨਹੀਂ ਵੀ ਅੱਗੇ ਜਾ ਕੇ ਕੋਈ ਬੰਦਾ ਗਵਰਨਮੈਂਟ ਨਾਲ ਡੀਲ ਕਰਕੇ ਉਹ ਪਾ। ਹੁਣ ਲੋਕ ਬੜੇ ਇਹ ਕਹਿਣ ਲੱਗੇ ਵੀ ਜੀ ਆਗੂਆਂ ਨੇ ਤਾਂ ਜੀ ਮੋਰਚਾ ਵੇਚ ਦੇਣਾ। ਕਿਵੇਂ ਵੇਚ ਦੇਣਾ ਯਾਰ? ਇੱਥੇ ਲੱਖਾਂ ਲੋਕ ਬੈਠੇ ਨੇ, ਜਿਹੜਾ ਵੇਚ ਕੇ ਆਊਗਾ ਮੋਰਚਾ ਆਪਦਿਆਂ ਪੈਰਾਂ ਤੇ ਪੰਜਾਬ 'ਚ ਆ ਜਾਊਗਾ ਜੀ? ਕੋਈ ਪੋਸੀਬਿਲਿਟੀ ਨਹੀਂ ਹੈਗੀ। ਲੋਕ ਉਹਨੂੰ, ਮੈਂ ਕਹਿੰਦਾ ਸ਼ੰਭੂ ਦਾ ਬੈਰੀਅਰ ਨਹੀਂ ਪੱਟਣ ਦਿੰਦੇ, ਉਹਦੇ ਖਾਨਦਾਨ ਨੂੰ ਕਲਮ ਕਰ ਦੇਣਗੇ। ਜਲਦੀ ਜਾਣਾ ਵੀ ਮਟਕਾ ਚੌਂਕ, ਕਿੰਨੇ ਕੁ ਗੀਤ ਅੱਜ ਤੱਕ ਸਿਰਜੇ ਆ ਕਿਸਾਨੀ ਅੰਦੋਲਨ? ਕਿਸਾਨੀ ਅੰਦੋਲਨ ਤੇ ਸਾਡਾ ਸਭ ਤੋਂ ਵੱਡਾ ਗੀਤ ਜੀ, ਮਤਲਬ ਜਦੋਂ ਅੰਦੋਲਨ ਸ਼ੁਰੂ ਹੋਇਆ ਅਸੀਂ ਗੀਤ ਕੀਤਾ ਸੀ ਜੱਟਾ ਤਕੜਾ ਹੋ ਜਾ। ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਤੇ ਮੇਰਾ ਗੀਤ ਆਇਆ ਸੀ ਸਾਰੀ ਇੰਡਸਟਰੀ ਚੋਂ। ਉਦੋਂ ਬਾਅਦ ਚ ਦੇਖ ਦਿੱਲੀ, ਉਦੋਂ ਬਾਅਦ ਸਭ ਤੋਂ ਵੱਡਾ ਜਿਹੜਾ ਗੀਤ ਸਾਡਾ ਆਇਆ ਕਿਸਾਨ ਐਂਥਮ, ਉਹ ਮਤਲਬ ਨੈਸ਼ਨਲ ਲੈਵਲ ਤੱਕ ਗਿਆ। ਉਹਦੇ ਚ ਸ਼੍ਰੀ ਬਰਾੜ ਦਾ ਉਹ ਪ੍ਰੋਜੈਕਟ ਸੀਗਾ ਸਾਡੇ ਭਰਾ ਦਾ, ਉਹਨੇ ਲਿਖਿਆ ਸੀਗਾ। ਸਾਰੇ ਆਰਟਿਸਟ ਜਿੰਨੇ ਵੀ ਮਨਕਿਰਤ, ਮੈਂ, ਅਫਸਾਨਾ, ਮਤਲਬ ਸਾਰੇ ਸੀ। ਜਾਰਡਨ, ਬਹੁਤ ਕਲਾਕਾਰ ਨੇ ਹਲੇ। ਤੁਹਾਨੂੰ ਠੀਕ ਲੱਗਦਾ ਥੋੜਾ ਸੁਰ ਚ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਣਾ। ਉਹ ਸੀਗਾ। ਹੁਣ ਕਿਸਾਨ ਐਂਥਮ ਅਸੀਂ 2 ਲੈ ਕੇ ਆ ਰਹੇ ਹਾਂ ਜੀ। ਉਹਦੇ ਚ ਵੀ ਹੁਣ ਅਸੀਂ 14-15 ਆਰਟਿਸਟ ਭਰਾ ਇੰਡਸਟਰੀ ਦੇ। ਜਦੋਂ ਕਿਸਾਨ ਐਂਥਮ ਵੀ ਅਸੀਂ ਕੀਤਾ ਸੀ ਉਦੋਂ ਵੀ ਗੌਰਮੈਂਟਾਂ ਨੇ ਉਹ ਗਾਣਾ ਸਾਡਾ ਡਿਲੀਟ ਕਰਵਾਤਾ ਸੀਗਾ। ਬਟ ਅਸੀਂ ਗਾਉਣ ਵਾਲਾ ਕੰਮ ਤਾਂ, ਕਿਉਂਕਿ ਸਾਡਾ ਅਸਲੀ ਕਿੱਤਾ ਤਾਂ ਗਾਉਣ, ਅਸੀਂ ਸਿੰਗਰ ਆਰਟਿਸਟ ਹਾਂ ਜੀ। ਅਸੀਂ ਆਪਦੀ ਕਲਮ ਨਾਲ, ਅਸੀਂ ਆਪਦੀ ਗਾਇਕੀ ਨਾਲ ਜੋ ਸਾਡਾ ਬਣਦਾ ਯੋਗਦਾਨ ਆ ਅੰਦੋਲਨ ਲਈ, ਉਹ ਦੇਣਾ ਹੀ ਦੇਣਾ। ਉਹ ਵੀ ਦੇ ਰਹੇ ਹਾਂ, ਨਾਲ ਦੀ ਨਾਲ ਪ੍ਰੈਕਟੀਕਲੀ ਧਰਨਿਆਂ ਤੇ ਵੀ ਜਾ ਰਹੇ ਹਾਂ। ਹੁਣ ਕਿਸਾਨ ਐਂਥਮ ਸਾਡਾ 2 ਆ ਰਿਹਾ, ਜਿਹੜਾ ਥੋੜੇ ਦਿਨਾਂ 'ਚ, ਉਹ ਵੀ ਸ਼੍ਰੀ ਬਰਾੜ ਦਾ ਹੀ ਪ੍ਰੋਜੈਕਟ ਹੈ। ਉਹ ਆਉਣ ਵਾਲੇ ਦਿਨਾਂ 'ਚ 2-4 ਦਿਨਾਂ 'ਚ ਅਸੀਂ ਰਿਲੀਜ਼ ਕਰ ਦਾਂਗੇ। ਕਿਸਾਨ ਐਂਥਮ 1 ਦੀਆਂ ਮੈਂ ਤੁਹਾਨੂੰ ਕੁਝ ਲਾਈਨਾਂ ਸੁਣਾ ਦਿੰਦਾ। ਸਾਨੂੰ ਦਿਖਾਉਂਦੀ ਅੱਖਾਂ ਦਿੱਲੀਏ ਚੰਗਾ ਨਹੀਂ ਸਲੀਕਾ, ਹੋ ਵਿੱਚ ਕੈਨੇਡਾ ਝੂਲਣ ਝੰਡੇ ਮੰਗਦਾ ਸਾਥ ਅਮਰੀਕਾ। ਯੂਪੀ ਐਮਪੀ ਰਾਜਸਥਾਨ ਹਰਿਆਣਾ ਵੀ ਰਹਿ ਨਿੱਕਾ, ਅਜੇ ਤਾਂ ਸਾਡੇ ਬਾਬੇ ਆਏ ਸੀ। ਸੈਂਟਰ ਤੱਕ ਪੈ ਗਈਆਂ ਚੀਕਾਂ, ਅਜੇ ਤਾਂ ਕੱਲੇ ਬਾਬੇ ਆਏ ਸੀ। ਬਹੁਤ ਮਿਹਰਬਾਨੀ, ਥੈਂਕ ਯੂ। ਕਹਿ ਸਕਦੇ ਹਾਂ ਕਿ ਅੱਜ ਜਸਪਾ ਜਵਾ ਪਹੁੰਚੇ ਨੇ ਕਿ ਚੰਡੀਗੜ੍ਹ, ਕਿ ਆਖਰਕਾਰ ਲਾਮਬੰਦੀ ਕਿਵੇਂ ਹੋ ਗਈ। ਤੇ ਹਾਲਾਂਕਿ ਜੇ ਕਹੀਏ ਉਹਨਾਂ ਨੇ ਆਪਦੇ ਜਿਹੜੇ ਦਿਲ ਦੇ ਜਜ਼ਬਾਤ ਸਾਂਝੇ ਕਰੇ ਨੇ, ਉਹਦੇ ਵਿੱਚ ਇਹ ਚੀਜ਼ਾਂ ਸਮਝੀਆਂ ਜਾ ਸਕਦੀਆਂ ਨੇ ਕਿ ਜਿਵੇਂ ਸਿੱਧੇ ਤੌਰ ਤੇ ਲਾਲ ਕਿਲ੍ਹੇ ਵਾਲੀ ਘਟਨਾ ਨੂੰ ਲੈ ਕੇ ਬੜਾ ਉਹਨਾਂ ਨੂੰ ਦੁੱਖ ਲੱਗਿਆ ਕਿ ਆਖਰਕਾਰ ਜਦੋਂ ਸਟੇਜ ਤੋਂ ਇਹ ਗੱਲ ਕਹੀ ਗਈ ਕਿ ਇਹ ਸਾਡੇ ਲੋਕ ਨਹੀਂ ਹੈਗੇ, ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਿਹਾ ਕਿ ਸੰਯੁਕਤ ਮੋਰਚਾ ਦੇ ਵਿੱਚ ਇਹ ਨਹੀਂ ਹੈਗਾ ਕਿ ਇਕੱਲੇ ਉਹੀ ਆਪਦੀ ਗੱਲ ਮੰਨ ਲੈਣ ਜਾਂ ਉਹ ਆਪਦੀ ਮਨਮਾਨੀ ਕਰ ਸਕਦੇ ਨੇ, ਬਲਕਿ ਅਸੀਂ ਵੀ ਆਪਦੀ ਸਲਾਹ ਦੇ ਸਕਦੇ ਹਾਂ। ਇਹ ਇੱਕ ਜ਼ਰੂਰ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਕਹੀ, ਕਿਉਂਕਿ ਤੁਸੀਂ ਦੇਖੋ ਲੋਕ ਮਿਲਣ ਵਾਲੇ ਬਹੁਤ ਆ ਜਾਂਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਗੱਲ ਕਰਦੇ ਨੇ, ਤੇ ਕਿਹਾ ਜਾ ਸਕਦਾ ਹੈ ਕਿ ਉਸ ਤੋਂ ਬਾਅਦ ਹੁਣ ਕਹਿ ਸਕਦੇ ਹਾਂ ਕਿ ਮਟਕਾ ਚੌਂਕ ਹੁਣ ਪਹੁੰਚਣਗੇ, ਦੇਖਾਂਗੇ ਲੋਕਾਂ ਨੂੰ, ਕਿਉਂਕਿ ਮੇਨ ਹੁਣ ਮਟਕਾ ਚੌਂਕ ਚੰਡੀਗੜ੍ਹ ਦਾ ਇਹ ਗੱਲੋਂ ਜ਼ਰੂਰ ਮਸ਼ਹੂਰ ਵੀ ਹੋ ਗਿਆ। ਤੇ ਇਹ ਵੀ ਕਹਿ ਦਈਏ ਕਿ ਇਸ ਅੰਦੋਲਨ ਦੇ ਵਿੱਚ ਇੱਕ ਦੂਜਾ ਪੜਾਅ ਬਣ ਗਿਆ ਕਿ ਇੱਕ ਲੋਕ ਦਿੱਲੀ ਦੇਖਦੇ ਨੇ ਤੇ ਦੂਜੇ ਪਾਸੇ ਮਟਕਾ ਚੌਂਕ, ਕਿ ਆਖਰਕਾਰ ਜਿੱਥੋਂ ਸਿੱਧੀ ਸੈਂਟਰ ਦੀ ਹਿੱਕ ਨੂੰ ਆਵਾਜ਼ ਜਾਂਦੀ ਹੋਈ ਨਜ਼ਰ ਆਉਂਦੀ ਆ। ਦੇਖੋ ਜਸਵਾਜਵਾ ਨੇ ਜਿਹੜੇ ਪਹੁੰਚ ਗਏ ਨੇ ਕਿ ਆਖਰ ਕਿਵੇਂ ਲੋਕਾਂ ਦੇ ਨਾਲ ਜਿਹੜੀ ਲਾਮਬੰਦੀਆਂ ਨੇ ਚੱਲ ਰਹੀਆਂ ਨੇ ਕਿ ਵੱਧ ਤੋਂ ਵੱਧ ਲੋਕਾਂ ਦੇ ਨਾਲ ਮਿਲ ਸਕਣ, ਕਿਉਂਕਿ ਜਿਵੇਂ ਜਿਵੇਂ ਲੋਕ ਆਪਦੇ ਸਮੇਂ 'ਚੋਂ ਸਮਾਂ ਕੱਢ ਕੇ, ਸਭ ਤੋਂ ਵੱਡੀ ਗੱਲ ਸਾਡੀ ਬੀਬੀਆਂ ਭੈਣਾਂ ਦੀ ਹੈ ਕਿ ਜਿਹੜੀਆਂ ਸਮੇਂ 'ਚੋਂ ਸਮਾਂ ਕੱਢ ਕੇ ਪਹੁੰਚਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਘਰੇ ਜਾ ਕੇ ਵੀ ਕੰਮ ਕਰਨਾ, ਤਾਂ ਹਰ ਇੱਕ ਕੋਈ ਇਸ ਚੀਜ਼ ਨੂੰ ਸਲੂਟ ਕਰਦਾ ਕਿ ਕੋਈ ਸੌਖੀ ਗੱਲ ਨਹੀਂ ਹੈਗੀ। 2-2 3-3 ਜੇ ਕਹੀਏ ਕਿ ਸ਼ਡਿਊਲ 'ਚੋਂ ਸਮੇਂ 'ਚੋਂ ਸਮਾਂ ਕੱਢ ਕੇ ਪਹੁੰਚਣਾ ਆਪਣੇ ਆਪ ਦੇ ਵਿੱਚ ਮਾਇਨੇ ਹੁੰਦਾ, ਕਿਉਂਕਿ ਜੇ ਆਪਾਂ ਛੋਟਾ ਜਿਹਾ ਕੰਮ ਕਿਸੇ ਦੇ ਜਾਣਾ ਹੋਵੇ ਤੇ ਆਪਣੇ ਕੋਲ ਸਮਾਂ ਨਾ ਹੋਵੇ ਤਾਂ ਉੱਥੇ ਜਾਣਾ ਮੁਸ਼ਕਿਲ ਹੋ ਜਾਂਦਾ। ਤਾਂ ਤੁਸੀਂ ਦੇਖੋ ਕਿ ਮਿਲਣ ਪਹੁੰਚੇ ਨੇ ਉਰੇ। ਸਤਿ ਸ਼੍ਰੀ ਅਕਾਲ। ਤੇ ਕਿਹਾ ਜਾ ਸਕਦਾ ਕਿ ਆਪਣੇ ਆਪ ਦੇ ਵਿੱਚ ਇੱਕ ਕੋਸ਼ਿਸ਼ ਲੋਕਾਂ ਦੀ ਇਹ ਬਣੀ ਹੋਈ ਹੈ ਕਿ ਕਿਤੇ ਨਾ ਕਿਤੇ ਵੱਧ ਤੋਂ ਵੱਧ ਲੋਕਾਂ ਨੂੰ ਸਹਿਯੋਗ ਦਿੱਤਾ ਜਾਵੇ, ਲੋਕਾਂ ਨੂੰ ਮਿਲਿਆ ਜਾਵੇ। ਇਹੀ ਇੱਕ ਕੋਸ਼ਿਸ਼ ਬਣੀ ਹੋਈ ਹੈ। ਤੇ ਹਰ ਦਿਨ ਚੰਡੀਗੜ੍ਹ ਦੇ ਸੜਕਾਂ ਤੇ ਤੁਸੀਂ ਦੇਖੋ ਕਿ ਕਿਵੇਂ ਲੋਕ ਪਹੁੰਚਦੇ ਨੇ ਸਪੈਸ਼ਲ ਤੌਰ ਤੇ, ਕਿ ਆਖਰ ਹੱਥਾਂ ਦੇ ਵਿੱਚ ਚਾਹੇ ਬੋਰਡ ਫੜਨ ਦੀ ਗੱਲ ਹੋਵੇ ਤੇ ਆਪਦੇ ਆਪ ਨਾਲ ਜਿਹੜਾ ਕਿ ਆਖਰ ਪਰੇਸ਼ਾਨੀ ਨਾ ਆਵੇ। ਹਾਲਾਂਕਿ ਤੁਸੀਂ ਦੇਖੋ ਕਿ ਪੁਲਿਸ ਦੇ ਵੱਲੋਂ ਵੀ ਹਰ ਰੋਜ਼ ਇਹ ਪ੍ਰਬੰਧ ਕੀਤੇ ਜਾਂਦੇ ਨੇ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਤੇ ਇਹ ਦੇਖੋ ਤੁਸੀਂ ਕਿ ਕਿਸੇ ਵੀ ਤਰ੍ਹਾਂ ਦੇ ਪ੍ਰਬੰਧਾਂ ਦੀ ਗੱਲ ਹੋਵੇ, ਕਿਉਂਕਿ ਉਰੇ ਟ੍ਰੈਫਿਕ ਬਹੁਤ ਰਹਿੰਦੀ ਆ, VIP ਮੂਵਮੈਂਟ ਬਹੁਤ ਰਹਿੰਦੀ ਆ, PJ ਨੂੰ ਦੇਖਦੇ ਹੋਏ ਮਰੀਜ਼ ਬੜੇ ਆਉਂਦੇ ਜਾਂਦੇ ਨੇ, ਤਾਂ ਉਹ तमाम ਚੀਜ਼ਾਂ ਨੂੰ ਦੇਖ ਕੇ ਵੀ ਹੈ ਜਿਹੜਾ ਉਰੇ ਪ੍ਰਬੰਧ ਕਰਨੇ ਪੈਂਦੇ ਨੇ। ਤਾਂ ਸਹਿਯੋਗ ਰਹਿੰਦਾ ਇੱਕ, ਤੇ ਕਿਹਾ ਜਾ ਸਕਦਾ ਕੋਸ਼ਿਸ਼ਾਂ, ਲੋਕਾਂ ਦਾ ਜਜ਼ਬਾ ਮੂੰਹੋਂ ਬੋਲਦਾ ਕਿ ਕਿਵੇਂ ਸਮੇਂ 'ਚੋਂ ਸਮੇਂ ਕੱਢ ਕੇ ਨੇ ਉਹ ਇੱਥੇ ਪਹੁੰਚਦੇ ਨੇ। ਕਿਸਾਨੀ ਝੰਡੇ ਹੱਥਾਂ ਦੇ ਵਿੱਚ ਹੁੰਦੇ ਨੇ, ਕਿਸਾਨੀ ਬੈਨਰ ਹੱਥਾਂ ਦੇ ਵਿੱਚ ਨੇ। ਤੇ ਇਹੀ ਕੋਸ਼ਿਸ਼
ਦੇਖਣ ਨੂੰ ਮਿਲਦੀ ਹੈ। ਇਨਕਲਾਬ ਜਿੰਦਾਬਾਦ ਭਗਤ ਸਿੰਘ ਦਾ ਪੋਸਟਰ ਮਾਤਾ ਜੀ ਨੇ ਹੱਥ 'ਚ ਫੜਿਆ ਤੇ ਇਹੀ ਜੋਸ਼ ਜਜ਼ਬੇ ਦੇ ਵਿੱਚ ਚਾਹੇ ਨੌਜਵਾਨ ਹੋਣ, ਚਾਹੇ ਬਜ਼ੁਰਗ ਹੋਣ, ਚਾਹੇ ਬੀਬੀਆਂ ਹੋਣ, ਸਾਰੇ ਸਮੇਂ 'ਚ ਸਮਾਂ ਕੱਢ ਕੇ ਇੱਥੇ ਪਹੁੰਚਦੇ ਨੇ। ਬਿਲਕੁਲ ਤੁਸੀਂ ਦੇਖੋ ਕਿ ਜਿਵੇਂ ਲੋਕ ਪਹੁੰਚਦੇ ਨੇ, ਦੇਖਿਆ ਜਾਵੇ ਲੋਕ ਜਿਵੇਂ ਉਰੇ ਪਹੁੰਚਣ ਲੱਗੇ, ਕਹੀਏ ਕਿ ਇੱਕ ਸੈਲੀਬ੍ਰਿਟੀ ਪਲੇਸ ਵੀ ਬਣ ਗਿਆ ਹੈਗਾ, ਹਰ ਕੋਈ ਇੱਥੇ ਆ ਰਿਹਾ ਹਾਜ਼ਰੀ ਲਵਾਉਣ ਦੇ ਵਾਸਤੇ। ਪਹਿਲਾਂ ਦੀ ਤਸਵੀਰ ਦੇਖੀਏ ਤੇ ਹੁਣ 'ਚ ਕੀ ਫਰਕ ਲੱਗਦਾ? ਕਿਉਂਕਿ ਪਹਿਲਾਂ ਉਰੇ ਬੜੇ ਥੋੜੇ ਲੋਕ ਖੜੇ ਹੁੰਦੇ ਸੀ ਜਾਂ ਦੇਖਦੇ ਸੀ। ਐਵੇਂ ਦਾ ਤਾਂ ਵੈਸੇ ਕੁਝ ਨਹੀਂ ਹੈ ਸਰ, ਦੇਖਿਆ ਜਾਵੇ ਤਾਂ ਹੁਣ ਯੰਗਸਟਰਸ ਅਵੇਅਰ ਹੋ ਚੁੱਕੇ ਨੇ। ਹੁਣ ਦਿੱਲੀ 'ਚ ਹੀ ਦੇਖ ਲਓ ਤੁਸੀਂ ਕਿੰਨਾ ਰਸ ਹੈ। ਤਾਂ ਬੇਸ਼ੱਕ 26 ਜਨਵਰੀ ਨੂੰ ਜੋ ਹੋਇਆ ਉਹ ਥੋੜਾ ਜਿਹਾ ਨਿੰਦਾਜਨਕ ਹੋਇਆ ਹੈ। ਆਫਟਰ ਦੈਟ ਜਿਹੜੇ ਯੰਗਸਟਰ ਨੇ ਹੁਣ ਮੋਸਟਲੀ ਸਾਰੇ ਇਹੀ ਆਵਾਜ਼ ਲਗਾਉਂਦੇ ਨੇ ਕਿ ਹਾਂਜੀ ਅਸੀਂ ਕਿਸਾਨਾਂ ਦੇ ਨਾਲ ਆ, ਬਿਕੋਜ਼ ਅਸੀਂ ਵੀ ਕਿਸਾਨ ਆ। ਮੈਂ ਐਮ ਆਲਸੋ ਡਾਟਰ ਆਫ ਅ ਕਿਸਾਨ, ਤਾਂ ਮੈਂ ਵੀ ਕਿਸਾਨ ਦੀ ਬੇਟੀ ਆ। ਤਾਂ ਸਾਨੂੰ ਵੀ ਉਨਾ ਹੀ ਦੁੱਖ ਹੈ ਕਿਉਂਕਿ ਇਹ ਤਾਂ ਸਭ ਨੂੰ ਪਤਾ ਹੈ ਜੇ ਹੁਣ ਕਿਸਾਨਾਂ ਨਾਲ ਧੱਕਾ ਹੋਏਗਾ ਤਾਂ ਸਭ ਨਾਲ ਹੋਏਗਾ। ਦੇਖੋ ਸਵਾਲ ਮਿਲਣ ਆ ਗਏ ਨੇਗੇ ਤੇ ਨਾਲੋਂ ਨਾਲ ਦੇਖਿਆ ਜਾਵੇ ਕਿ ਹਰ ਕੋਈ ਪਹੁੰਚਦਾ ਤੇ ਕੋਸ਼ਿਸ਼ ਇਹੀ ਹੈ, ਭੀੜ ਬੜੀ ਹੈ, ਲੋਕ ਨੇ ਜਿਹੜੇ ਬੜੀ ਵੱਡੀ ਤਾਦਾਦ ਦੇ ਵਿੱਚ ਪਹੁੰਚਦੇ ਨੇ। ਤੇ ਤੁਸੀਂ ਆਪ ਦੇਖੋ ਜਸਵਾਜਵਾ ਇਹ ਇੱਥੇ ਸਿਰਫ ਇੱਕ ਇਹ ਹੋ ਜਾਂਦਾ ਜਦੋਂ ਕੋਈ ਸੈਲੀਬ੍ਰਿਟੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਸ਼ੁਰੂ ਕਰਿਆ ਸੀ, ਰਾਜੇਵਾਲ ਆਏ ਸੀ ਕਿ ਪਹਿਲੇ ਦਿਨ, ਤੇ ਉਦੋਂ ਬਾਅਦ ਦੇਖੋ ਤੁਸੀਂ ਕਿ ਕਿਵੇਂ ਸੁਣਨਾ ਨੇ ਕਿ ਆਖਰ ਲੋਕਾਂ ਨੂੰ ਕੀ ਗੱਲੋਂ ਲਾਮਬੰਦੀ ਕਰਦੇ ਨੇ। ਭਾਈ ਨੂੰ ਮੈਂ ਬੇਨਤੀ ਕਰਾਂਗੇ 2 ਲਫ਼ਜ਼ ਜ਼ਰੂਰ ਸਾਰੀ ਸੰਗਤ ਦੇ ਨਾਲ ਸਾਂਝੇ ਕਰਨ। ਜਸ ਰਾਜਵਾ ਜੀ। ਸਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਹੁੰਚੀ ਹੋਈ ਸਾਰੀ ਸੰਗਤ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਆ ਕਿ ਤੁਸੀਂ, ਖੈਰ ਧੰਨਵਾਦ ਕਰਨਾ ਵੀ ਨਹੀਂ ਬਣਦਾ ਕੋਈ, ਇਹ ਸਾਡਾ ਫੰਕਸ਼ਨ ਨਹੀਂ ਜਿਹ 'ਚ ਤੁਸੀਂ ਪ੍ਰਾਈਵੇਟ ਤੌਰ ਤੇ ਇਨਵਾਈਟ, ਇਹ ਸਾਡੇ ਹੱਕਾਂ ਦੀ ਗੱਲ ਹੈ। ਇਹ ਇੱਕ ਐਸੀ ਜੰਗ ਹੈ ਜਿਹਦੇ 'ਚ ਹਰ ਇੱਕ ਵਰਗ ਬੜੀ ਸ਼ਿੱਦਤ ਨਾਲ ਡਟਿਆ ਹੋਇਆ। ਛੋਟੇ ਛੋਟੇ ਬੱਚਿਆਂ ਨੂੰ ਵੀ ਅੱਜ ਤੁਸੀਂ ਪੁੱਛੋਗੇ ਬਈ ਮੁਲਕ 'ਚ ਕੀ ਹੋ ਰਿਹਾ ਹੈ, ਚਾਹੇ ਉਹਨੂੰ ਕੁਝ ਵੀ ਨਹੀਂ ਪਤਾ, ਪਰ ਉਹਨੂੰ ਇਹ ਪਤਾ ਵੀ ਇੱਕ ਮੋਦੀ ਨਾਂ ਦਾ ਬੰਦਾ ਤੇ ਉਹ ਸਾਡੀਆਂ ਜ਼ਮੀਨਾਂ ਖੋਹ ਰਿਹਾ, ਸਾਡੇ ਲਈ ਇੰਨਾ ਹੀ ਕਾਫੀ ਹੈ। ਜਿੰਨੀ ਸ਼ਿੱਦਤ ਨਾਲ ਹਰ ਇੱਕ ਵਰਗ, ਇਹ ਜਿਹੜੇ ਸਾਡੇ ਸ਼ਹਿਰੀ ਏਰੀਆ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਵੀ ਜਿਹੜੇ ਖੇਤ ਨੇ ਉਹ ਇਕੱਲੇ ਪਿੰਡਾਂ ਵਾਲਿਆਂ ਦੀ ਨੇ, ਪਰ ਇਸ ਵਾਰ ਸ਼ਹਿਰਾਂ ਵਾਲੇ ਭਰਾਵਾਂ ਨੇ, ਚਾਹੇ ਅਸੀਂ ਸ਼ਹਿਰਾਂ 'ਚ ਰਹਿੰਦੇ ਹਾਂ ਪਰ ਸਾਡਾ ਪਿਛੋਕੜ ਕਿਸੇ ਨਾ ਕਿਸੇ ਦਾ ਹਰ ਇੱਕ ਪਿੰਡ ਨਾਲ ਜੁੜਿਆ ਹੀ ਹੋਇਆ, ਇਹ ਵੀ ਸੱਚ ਹੈ। ਪਰ ਇਹਨਾਂ ਵੀਰਾਂ ਨੇ ਇਹ ਸਾਬਤ ਕਰਤਾ ਕਿ ਅਸੀਂ ਇਹਨਾਂ ਸ਼ਹਿਰਾਂ 'ਚ ਨਹੀਂ ਰਹਿੰਦੇ, ਅਸੀਂ ਅੱਜ ਵੀ ਸਾਡਾ ਜਿਹੜਾ ਦਿਲ ਹੈ ਖੇਤੀ ਲਈ, ਖੇਤਾਂ ਲਈ, ਪਿੰਡਾਂ ਲਈ ਧੜਕਦਾ, ਉਹ ਵੀ ਸਾਡੇ ਰਿਸ਼ਤੇਦਾਰ ਨੇ, ਉਹ ਵੀ ਸਾਡੇ ਭਰਾ ਨੇ। ਹੁਣ ਗੱਲ ਆ ਗਈ ਹੱਕਾਂ ਦੀ। ਖੇਤਾਂ ਨਾਲ ਅਸੀਂ ਸਿੱਧੇ ਤੌਰ ਤੇ ਨਹੀਂ ਜੁੜੇ ਤਾਂ ਸਿੱਧੇ ਤੌਰ ਤੇ ਜੁੜੇ ਹਾਂ ਕਿਉਂਕਿ ਰੋਟੀ ਹੈ ਜਿਹੜਾ ਹਰ ਇੱਕ ਬੰਦਾ ਖਾਂਦਾ ਹੈ, ਰੋਟੀ ਹੈ ਹਰ ਇੱਕ ਬੰਦੇ ਦੀ ਨੀਡ ਹੈ, ਤੇ ਇਹ ਲੜਾਈ ਹੈ ਜਿਹੜੀ ਰੋਟੀ ਦੇ ਮੁੱਲ ਦੀ ਹੈ। ਅੱਜ ਕਿਸਾਨ ਇਹਦਾ ਮੁੱਲ ਤੈਅ ਕਰਦਾ ਵੀ ਸਾਨੂੰ ਇੰਨੀ ਕੁ ਭੁੱਖ ਲੱਗਦੀ ਹੈ, ਸਾਡੇ ਢੋਲ 'ਚ ਇੰਨੇ ਕੁ ਦਾਣੇ ਚਾਹੀਦੇ ਨੇ। ਪਰ ਹੁਣ ਗੌਰਮੈਂਟ ਕੀ ਚਾਹੁੰਦੀ ਹੈ? ਗੌਰਮੈਂਟ ਇਹ ਚਾਹੁੰਦੀ ਹੈ ਕਿ ਅਸੀਂ ਰੋਟੀ ਦਾ ਮੁੱਲ ਤੈਅ ਕਰੀਏ, ਅਸੀਂ ਦੱਸੀਏ ਵੀ ਆਟਾ 200 ਰੁਪਏ ਕਿਲੋ ਵਿਕਣਾ ਕਿ 250 ਰੁਪਏ ਕਿਲੋ ਵਿਕਣਾ। ਜਿਵੇਂ ਸਿੱਧੀ ਐਗਜ਼ਾਮਪਲ ਹੈ ਪੌਪਕੌਰਨ ਦੀ, ਇੱਕ ਛੱਲੀ ਦੀ ਕੀਮਤ ਮੈਨੂੰ ਨਹੀਂ ਲੱਗਦਾ 50 ਪੈਸੇ ਹੋਣੀ ਹੈ, ਪਰ ਇੱਕ ਛੱਲੀ ਜਦੋਂ ਮਾਲ 'ਚ ਪਹੁੰਚ ਜਾਂਦੀ ਹੈ ਤਾਂ ਉਹ 250 ਤੋਂ ਉੱਤੇ ਦੀ ਹੋ ਜਾਂਦੀ ਹੈ। ਇਹ ਰਿਐਲਿਟੀ ਹੈ। ਜੇ ਇਦਾਂ ਹਕੀਕਤ 'ਚ ਇਦਾਂ ਹੋ ਗਿਆ ਕਣਕ ਨੂੰ ਲੈ ਕੇ ਵੀ ਜਾਂ ਖੇਤੀ ਨੂੰ ਲੈ ਕੇ ਵੀ, ਤਾਂ ਇਸ ਦੇਸ਼ 'ਚ ਮੈਨੂੰ ਲੱਗਦਾ ਵੀ ਭੁੱਖਮਰੀ ਪੈਣ ਦਾ ਸਭ ਤੋਂ ਵੱਡਾ ਖਸਰਾ ਜਿਹੜਾ ਪੈਦਾ ਹੋ ਸਕਦਾ। ਪਰ ਅਸੀਂ ਪੰਜਾਬੀ ਆ, ਅਸੀਂ ਹਮੇਸ਼ਾ ਬਗਾਵਤ ਕੀਤੀ ਹੈ, ਚਾਹੇ ਅਬਦਾਲੀ ਦੇ ਟਾਈਮ ਤੋਂ ਲੈ ਕੇ ਦੇਖ ਲਈ। ਹੁਣ ਮੈਂ ਬਾਹਲਾ ਲੰਬੇ ਚੱਕਰਾਂ 'ਚ ਨਹੀਂ ਪਾਉਂਗਾ, ਸਾਡਾ ਇਤਿਹਾਸ ਹੈ, ਅਸੀਂ ਇੱਥੋਂ ਗੋਰੇ ਵੀ ਭਜਾਏ ਨੇ। ਤਾਂ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਲਈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਇਹਨਾਂ ਨੂੰ ਬਚਾਇਆ। ਅੱਜ ਇਹਨਾਂ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ, ਪਰ ਅਸੀਂ ਆਪਦੇ ਪੰਜਾਬ ਲਈ ਅੱਜ ਵੀ ਖੜੇ ਹਾਂ। ਪੰਜਾਬ ਨੇ ਐਜੀਟੇਸ਼ਨ ਸ਼ੁਰੂ ਕੀਤੀ ਸੀ, ਅੱਜ ਤਾਂ ਪੂਰਾ ਭਾਰਤ ਹੀ ਇਹਦੇ ਵਿੱਚ ਜੁੜਿਆ ਹੋਇਆ। ਹਰ ਇੱਕ ਵਰਗ ਹੈ ਜਿਹੜਾ ਉਹ ਆ ਚੁੱਕਿਆ, ਚਾਹੇ ਹਰਿਆਣਾ, ਹਿਮਾਚਲ, ਯੂਪੀ, ਐਮਪੀ, ਸਾਰੇ। ਹੁਣ ਗੱਲ ਰਹਿ ਗਈ, ਲੋਕ ਕਹਿੰਦੇ ਨੇ ਵੀ ਮੋਰਚਾ ਲੰਬਾ ਚੱਲੀ ਜਾਂਦਾ ਹੈ। ਇਹ ਜੀ ਮੈਂ ਕਹਿੰਦਾ ਵੀ ਚਾਹੇ ਸਾਲ ਚੱਲੀ ਜਾਵੇ, ਅਸੀਂ ਇਕਜੁੱਟ ਹੋ ਕੇ ਹੀ ਲੜਾਂਗੇ। ਜਦ ਤੱਕ ਜਿੱਤਦੇ ਨਹੀਂ, ਜਦ ਤੱਕ ਲੜਾਂਗੇ, ਚਾਹੇ ਕੁਛ ਹੋ ਜਾਵੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਨੌਜਵਾਨ ਏਕਤਾ ਜਿੰਦਾਬਾਦ, ਪੰਜਾਬ ਹਰਿਆਣਾ ਏਕਤਾ ਜਿੰਦਾਬਾਦ। ਸੋ ਮੈਂ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ, ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦਾ। ਭਰਾਵੋ, ਜਦ ਤੱਕ ਆਪਾਂ ਜਿੱਤਦੇ ਨਹੀਂ, ਬਸ ਤੁਸੀਂ ਇਹ ਵਾਅਦਾ ਕਰੋ ਕਿ ਤੁਸੀਂ ਇੱਥੋਂ ਆਉਣੋਂ ਨਹੀਂ ਹਟਣਾ ਹੈਗਾ। ਜਿੱਥੇ ਵੀ ਇੱਥੇ ਨਹੀਂ ਵੀ ਆਇਆ ਜਾਂਦਾ, ਆਪਦੇ ਮੁਹੱਲੇ 'ਚ, ਆਪਦੇ ਘਰ ਤੇ ਝੰਡੇ, ਆਪਦੀ ਗੱਡੀ ਤੇ ਝੰਡੇ ਲਾ ਕੇ ਅਸੀਂ ਇਹ ਰੋਸ ਜ਼ਰੂਰ ਜਤਾਉਣਾ ਹੈ ਕਿ ਅਸੀਂ ਇਹਨਾਂ ਬਿੱਲਾਂ ਦੇ ਖਿਲਾਫ ਹੈ। ਅੱਜ ਵੀ ਅਸੀਂ ਜਦ ਤੱਕ ਰੱਦ ਨਹੀਂ ਹੁੰਦੇ, ਜਦ ਤੱਕ ਸਾਡਾ ਰੋਸ ਹੈ ਜਿਹੜਾ ਬਰਕਰਾਰ ਰਹੂਗਾ। ਸਾਡਾ ਇੱਕ ਪਿੱਛੇ ਜੇ ਗੀਤ ਆਇਆ ਸੀ ਕਿਸਾਨ ਐਂਥਮ, ਤੁਸੀਂ ਸਾਰਿਆਂ ਨੇ ਉਹਨੂੰ ਬੜਾ ਪਿਆਰ ਤੇ ਬੜਾ ਸਤਿਕਾਰ ਦਿੱਤਾ। ਹਾਂਜੀ, ਜ਼ਰੂਰ ਮੈਂ ਉਹਦੇ 2 ਬੋਲ ਤੁਹਾਡੇ ਨਾਲ ਸਾਂਝੇ ਕਰਕੇ ਜਾਊਂਗਾ। ਤੇ ਹੁਣ ਸਾਡਾ ਕਿਸਾਨ ਐਂਥਮ 2 ਵੀ ਆ ਰਿਹਾ ਬਹੁਤ ਜਲਦੀ, ਇਸੇ ਹਫਤੇ ਦੇ ਵਿੱਚ ਅਸੀਂ ਰਿਲੀਜ਼ ਕਰ ਦਿਆਂਗੇ, ਕਿਉਂਕਿ ਸਰਕਾਰਾਂ ਨੇ ਕਿਸਾਨ ਐਂਥਮ 1 ਵੀ ਤੁਹਾਨੂੰ ਪਤਾ ਜਿਹੜੇ
ਨੌਜਵਾਨ ਵੀਰ ਨੇ ਉਹਨਾਂ ਨੇ ਡਾਟਾ ਸੀ ਸਾਡਾ। ਚਾਹੇ ਕੁਛ ਹੋ ਜਾਵੇ, ਜਿਹੜੀ ਸੱਚ ਦੀ ਆਵਾਜ਼ ਆ ਉਹਨੂੰ ਦੱਬਿਆ ਨਹੀਂ ਜਾ ਸਕਦਾ। ਅਸੀਂ ਸਾਡਾ ਕੰਮ ਹੈ ਗਾਉਣਾ, ਗਾਇਕੀ ਦੇ ਥਰੂ ਤਾਂ ਅਸੀਂ ਅੰਦੋਲਨ ਦੇ ਨਾਲ ਹੈਗੇ ਹੀ ਆ, ਪਰ ਅਸੀਂ ਧਰਨਿਆਂ ਦੇ ਵਿੱਚ ਵੀ ਆਪ ਦਾ ਹਿੱਸਾ ਪਾਵਾਂਗੇ ਕਿਉਂਕਿ ਕਲਾਕਾਰ ਬਾਚੋਂ ਆ। ਪਹਿਲਾਂ ਅਸੀਂ ਕਿਸਾਨ ਆ, ਅਸੀਂ ਕਿਸਾਨਾਂ ਦੇ ਪੁੱਤ ਆ। ਕਿਸਾਨ ਐਂਥਮ ਦੇ 2 ਬੋਲ ਮੈਂ ਤੁਹਾਡੇ ਰੂਬਰੂ ਕਰਦਾ। ਸਾਨੂੰ ਦਿਖਾਉਂਦੀ ਅੱਖਾਂ ਦਿੱਲੀਏ ਚੰਗਾ ਨਹੀਂ ਸਲੀਕਾ, ਵਿੱਚ ਕੈਨੇਡਾ ਝੂਲਣ ਝੰਡੇ ਮੰਗਦਾ ਸਾਥ ਅਮਰੀਕਾ। यूपी MP राजस्थान हरियाणा भी रह निकाय जिता साडे बाबे आए सी, सेंटर तक पै गई चीकां जिता कल्ले बाबे आए सी। ट्रालियां ते आउंदे जट जड़े बल्लीए, किथे कंगना ते किथे कड़े बल्लीए। ओ टोल मोल पंप पे बंदे उन्हां दे, पता लगू सिंह किथे अड़े बल्लीए। एक ट्रैक्टर पिछे देख ले, एक ट्रैक्टर पिछे देख ले, 2-2 ट्रालियां पाइयां बई हुण जागो आईया। हल्की हल्की ताड़ी दे नाल बई हुण जागो आईया। ओ दिल्ली मूरे लाइया बई हुण जागो आईया, दिल्ली मूरे लाइया बई हुण जागो आईया। सब राजां पिछे बैरीगेट पाए होए ने, मुंडे नहीं पंजाबों ये आए होए ने। बिक गया भावें इंडिया दा मीडिया, बिक गया भावें इंडिया दा मीडिया। BBC ने उत्ते वेख छाए होए ने, सब राजां पिछे बैरीगेट पाए होए ने। वाहिगुरू जी का खालसा वाहिगुरू जी की फतेह। हाँ जी, 20 फरवरी ਨੂੰ ਮਹਾ ਪੰਚਾਇਤ 25 ਸੈਕਟਰ 'ਚ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੋ ਰਹੀ ਹੈ। ਜਿੱਦਾਂ ਤੁਸੀਂ ਸਾਰੇ ਭਰਾ ਇੱਥੇ ਪਹੁੰਚਦੇ ਹੋ, ਤੁਸੀਂ ਉੱਥੇ ਵੀ ਜ਼ਰੂਰ ਆਪਦੀ ਹਾਜ਼ਰੀ ਭਰਿਓ ਤਾਂ ਜੋ ਆਪਾਂ ਸਰਕਾਰ ਤੇ ਹੋਰ ਪ੍ਰੈਸ਼ਰ ਬਣਾ ਸਕੀਏ। ਬਿਲਕੁਲ ਤੁਸੀਂ ਦੇਖੋ ਕਿ 20 ਤਰੀਕ ਨੂੰ ਕਿਉਂਕਿ ਮਹਾ ਪੰਚਾਇਤ ਜਿਹੜੀ ਚੰਡੀਗੜ੍ਹ ਵੀ ਰੱਖੀ ਆ, ਤਾਂ ਉਹਨੂੰ ਦੇਖਦੇ ਹੋਏ ਆ ਜਿਹੜਾ ਉਹਦੇ ਵਾਸਤੇ ਵੀ ਲਾਮਬੰਦ ਕੀਤਾ ਜਸ ਬਾਜਵਾ ਨੇ। ਤੇ ਕਿਹਾ ਜਾ ਸਕਦਾ ਕਿ ਜਿਵੇਂ ਜਿਵੇਂ ਲੋਕ ਵੱਧ ਰਹੇ ਨੇ, ਆ ਰਹੇ ਨੇ, ਤਾਂ ਉਵੇਂ ਉਵੇਂ ਕਿਤੇ ਨਾ ਕਿਤੇ ਕੋਸ਼ਿਸ਼ ਇਹ ਬਣੀ ਹੋਈ ਆ ਹਰ ਕਿਸੇ ਦੀ ਕਿ ਆਖਰਕਾਰ ਕਿਵੇਂ ਵੱਧ ਤੋਂ ਵੱਧ ਲੋਕਾਂ ਨੂੰ ਆ ਜਿਹੜਾ ਮੋਟੀਵੇਟ ਕੀਤਾ ਜਾਵੇ। ਤੇ ਇੱਕ ਕੋਸ਼ਿਸ਼ ਇਹੀ ਹੁੰਦੀ ਹੈ। ਤੇ ਗਾਇਕਾਂ ਦੇ ਤੌਰ ਤੇ ਜਸਵਾ ਜੀ ਨੇ ਵੀ ਇਹੀ ਗੱਲ ਕਹੀ ਕਿ ਅਸੀਂ ਲਗਾਤਾਰ ਇਸੇ ਹੀ ਕਰਕੇ ਲਾਮਬੰਦੇ ਹੋਏ ਆ ਕਿ ਜੋ ਅਸੀਂ ਕਰ ਸਕਦੇ ਹਾਂ ਆਰਟਿਸਟ ਆ, ਤਾਂ ਅਸੀਂ ਉਸ ਚੀਜ਼ ਨੂੰ ਲਗਾਤਾਰ ਬਣਾ ਕੇ ਰੱਖਿਆ ਹੋਇਆ। ਤਸਵੀਰਾਂ ਚੰਡੀਗੜ੍ਹ ਦੇ ਮਟਕਾ ਚੌਂਕ ਦੀਆਂ ਦਿਖਾ ਰਹੇ ਹਾਂ ਤੁਹਾਨੂੰ, ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਜਿਵੇਂ ਜਿਵੇਂ ਲੋਕ ਇੱਥੇ ਪਹੁੰਚਦੇ ਨੇ ਤਾਂ ਲੋਕਾਂ ਦਾ ਜੋਸ਼ ਜਜ਼ਬਾ ਉਵੇਂ ਬਣਦਾ। ਤੁਸੀਂ ਦੇਖੋ ਬਾਈ ਜਾ ਰਹੇ ਸੀਗੇ, ਕਾਰ ਚੋਂ ਨਾਰੇ ਮਾਰਨੇ ਸ਼ੁਰੂ ਕਰਤੇ। ਤਾਂ ਇਹ ਲੋਕਾਂ ਦੀ ਖਿੱਚ ਹੈ ਜਿਹੜੀ ਬਣੀ ਹੋਈ ਹੈ ਪੂਰੇ ਅੰਦੋਲਨ ਦੇ ਵਿੱਚ। ਤੇ ਇਸੇ ਕਰਕੇ ਕਹਿੰਦੇ ਹੁੰਦੇ ਆ ਤੁਹਾਨੂੰ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਜਿੰਨਾ ਜੋਸ਼ ਜਜ਼ਬਾ ਇਹ ਦਿਖਾ ਰਹੇ ਨੇ, ਆਮ ਕਰਕੇ ਲੋਕ ਕਹਿੰਦੇ ਹੁੰਦੇ ਨੇ ਜਿਹੜੇ ਦਿੱਲੀ ਨਹੀਂ ਪਹੁੰਚ ਪਾਏ ਤਾਂ ਚਲੋ ਆਪਦੇ ਨੇੜੇ ਨੇੜੇ ਕਿਤੇ ਹੋ ਜਾਓ। ਤਾਂ ਇਹ ਵੀ ਚੀਜ਼ ਉਹਦੇ ਵਿੱਚੋਂ ਹੀ ਹੈ ਕਿ ਆਖਰ ਕਿਵੇਂ ਜਿਹੜੀ ਬਣਦੀ ਹੈ। ਕਿਹਾ ਜਾ ਸਕਦਾ ਕਿ ਹਰ ਕਿਸੇ ਦੀ ਕੋਸ਼ਿਸ਼ ਇਹ ਬਣੀ ਹੋਈ ਹੈ ਕਿ ਕਿਵੇਂ ਅਸੀਂ ਉਰੇ ਆਉਣਾ, ਤੇ ਇਹੀ ਇੱਕ ਤਸਵੀਰ ਦੇਖਣ ਨੂੰ ਮਿਲਦੀ ਹੈ। ਇਹ ਜਦੋਂ ਦੇਖਦੇ ਹਾਂ ਕਿ ਇੰਨੇ ਬਜ਼ੁਰਗ ਬੀਬੀਆਂ ਭੈਣਾਂ ਉਰੇ ਪਹੁੰਚਦੀਆਂ ਨੇ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਉਹ ਤਸਵੀਰ ਹੈ ਕਿ ਜਦੋਂ ਘਰ ਦੀ ਕਿਤੇ ਰੋਟੀ ਲੇਟ ਹੋ ਜਾਂਦੀ ਆ ਤਾਂ ਉਹਦੇ ਵਿੱਚ ਅਸੀਂ ਦੇਖਿਆ ਕਿ ਲੋਕ ਚੀਕਾਂ ਮਾਰਨੇ ਸ਼ੁਰੂ ਕਰ ਦਿੰਦੇ ਨੇ। ਸਾਰਾ ਜ਼ਿੰਮੇਵਾਰੀ ਬੀਬੀਆਂ ਭੈਣਾਂ ਤੇ ਹੁੰਦੀ ਆ, ਪਰ ਉਰੇ ਜਦੋਂ ਤੁਸੀਂ ਦੇਖੋ ਕਿ ਬੀਬੀਆਂ ਨੇ ਉਰੇ ਮੋਰਚਾ ਵੀ ਸਾਂਭਿਆ ਹੋਇਆ, ਆਪਦਾ ਘਰ ਵੀ ਸਾਂਭਿਆ ਹੋਇਆ। ਤੇ ਵਿਲੱਖਣ ਤਸਵੀਰਾਂ ਨੇ ਅੰਦੋਲਨ ਦੀਆਂ ਕਿ ਅੰਦੋਲਨ ਜਦੋਂ ਚੱਲਦੇ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਹਿੱਲ ਜਾਂਦੀਆਂ ਨੇ, ਪਰ ਇਸ ਅੰਦੋਲਨ ਨੇ ਲੋਕਾਂ ਨੂੰ ਇਹ ਵੀ ਸਿਖਾਇਆ ਕਿ ਕਿਵੇਂ ਤੁਸੀਂ ਆਪਦੀ ਮੈਨੇਜਮੈਂਟ ਸਿਸਟਮ ਪੂਰਾ ਠੀਕ ਕਰਕੇ ਚੱਲਦੇ ਹੋ ਤਾਂ ਉਹਦੇ ਨਾਲ ਚਾਹੇ ਤਸਵੀਰਾਂ ਨੋ ਫਾਰਮਰ ਨੋ ਫੂਡ ਦੀਆਂ ਹੋਣ, ਚਾਹੇ ਦੂਜੇ ਪਾਸੇ ਦੇਖਿਆ ਜਾਵੇ ਚੱਕਲਾ ਬੇਲਣਾ ਹੋਵੇ, ਤਾਂ ਦੋਨੇ ਬਰਾਬਰ ਕਿਵੇਂ ਚੱਲਣੇ ਨੇ। ਤੇ ਕਿਹਾ ਜਾ ਸਕਦਾ ਕਿ ਸਪੈਸ਼ਲ ਸਲੂਟ ਹੈ ਕਿ ਆਖਰਕਾਰ ਟਾਈਮ ਸਮੇਂ 'ਚੋਂ ਸਮਾਂ ਕੱਢ ਕੇ ਜਦੋਂ ਇਹਨਾਂ ਨੇ ਉਰੇ ਪਹੁੰਚਣਾ ਤੇ ਉਸ ਤਸਵੀਰ ਦੇ ਵਿੱਚੋਂ ਕਿਵੇਂ ਅੰਦੋਲਨ ਅੱਗੇ ਵਧ ਰਿਹਾ ਉਹ ਤੁਹਾਡੇ ਬਿਲਕੁਲ ਸਾਹਮਣੇ ਹੈ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।